ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਇਕ ਮਨ ਧਿਆਏ, ਇਕ ਮਨ ਪੁਰਖ ਧਿਆਏ ਬਰ ਦਾਤਾ। ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇਰ ਦੇ ਬਸਾਵੋ। ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਤਾਸ ਚਰਨ ਲੇਰ ਦੇ ਬਸਾਵੋ। ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਨਿਓ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਨਿਓ। ਸੁਖੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਬਹੁਤਾ ਬੋਲਣ ਚਖਣ ਹੋਏ, ਵੇਣ ਬੋਲਾ ਜਾਣੈ ਸਭ ਸੋਏ। ਜਿਉ ਤਪਤ ਹੈ ਬਾਰੋ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਜੁਗੋ ਜੁਗ ਅਟਲ ਪਤਤ ਪਾਵਨ, ਸਤਿਗੁਰੂ ਗਰੀਬ ਨਵਾਜ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਬੇਅੰਤ ਭਾਰੀ ਬਖਸ਼ਿਸ਼ ਕਰਦਿਆਂ ਹੋਇਆਂ ਨਾਮ ਬਾਣੀ ਦੀਆਂ ਦਾਤਾਂ ਦੇ ਨਾਲ
ਸਾਨੂੰ ਨਵਾਜਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੇ ਨਿਤਨੇਮ ਸਾਡੀ ਝੋਲੀ ਮਹਾਰਾਜ ਨੇ ਬਖਸ਼ਿਸ਼ ਕੀਤੇ। ਇਸ ਵੇਲੇ ਆਪਾਂ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੀ ਜੋ ਲੜੀਵਾਰ ਕਥਾ ਸ਼ਬਦ ਦਰ ਸ਼ਬਦ ਸਰਵਣ ਕਰਦੇ ਆ ਰਹੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ, ਇਹਨਾਂ ਨੂੰ ਸਰਵਣ ਕਰਕੇ ਆਪਣਾ ਸਮਾਂ ਤੇ ਸਵਾਸ ਸਫਲੇ ਬਣਾਈਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਗੁਰਮੁਖੋ ਇਹ ਜੋ ਸ਼ਬਦ ਹੈ ਸਾਨੂੰ ਪ੍ਰਾਪਤ ਹੋ ਰਿਹਾ। ਸਤਿਗੁਰਾਂ ਨੇ 661 ਦੇ ਅੰਗ ਦੇ ਉੱਪਰ ਇਹ ਜੋ ਸ਼ਬਦ ਹੈ ਇਸ ਨੂੰ ਦਰਜ ਕੀਤਾ ਹੈ। ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਹੈ, ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ 31 ਰਾਗਾਂ ਵਿੱਚ ਮਹਾਰਾਜ ਨੇ ਬਖਸ਼ੀ ਹੈ। 31 ਰਾਗਾਂ ਵਿੱਚੋਂ ਇੱਕ ਇਹ ਰਾਗ ਧਨਾਸਰੀ ਹੈ, ਜਿਹਦੇ ਵਿੱਚ ਆਪਾਂ ਇਹ ਸ਼ਬਦ ਸਰਵਣ ਕਰਨ ਜਾ ਰਹੇ ਹਾਂ। ਵਿਦਵਾਨ ਜਨ ਕਥਨ ਕਰਦੇ ਨੇ ਵੀ ਇਸ ਰਾਗ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਇਹ ਸਮਾਂ ਇਸ ਰਾਗ ਦੇ ਗਾਉਣ ਦਾ ਹੈ, ਇਹਦੇ ਕੀਰਤਨ ਕਰਨ ਦਾ ਹੈ। ਇਹ ਰਾਗ ਪੜ੍ਹਨ ਦਾ ਸਮਾਂ ਦੁਪਹਿਰ ਦੇ 3 ਘੰਟੇ, ਤੀਜਾ ਪਹਿਰ ਦਿਨ ਦਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸ਼ਬਦ ਪੜ੍ਹ ਸਕਦੇ ਇਸ ਰਾਗ ਨੂੰ। ਇਸ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਜੋ ਸ਼ਬਦ ਹੈ ਸਾਨੂੰ ਬਖਸ਼ਿਸ਼ ਕਰ ਰਿਹਾ। ਇਹ ਸ਼ਬਦ ਮਹਾਰਾਜ ਜੀ ਨੇ ਉਚਾਰਿਆ ਕਿਸ ਵੇਲੇ ਹੈ? ਵਿਦਵਾਨ ਜਨ ਕਹਿੰਦੇ ਵੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇਸਾਂ ਦਸੰਤਰਾਂ ਦਾ ਰਟਨ ਕਰਦਿਆਂ ਹੋਇਆਂ, ਭ੍ਰਮਣ ਕਰਦਿਆਂ ਹੋਇਆਂ ਕਈਆਂ ਧਰਤੀਆਂ ਨੂੰ ਮਹਾਰਾਜ ਨੇ ਭਾਗ ਲਾਇਆ, ਅਤੇ ਉਸ ਵੇਲੇ ਪਾਤਸ਼ਾਹ ਜੀ ਮਿੰਟ ਗੁਮਰੀ ਨਾਮ ਦਾ ਜੋ ਜ਼ਿਲ੍ਹਾ ਹੈ ਨਾ, ਜੋ ਅੱਜ ਕੱਲ੍ਹ ਇਲਾਕਾ ਪਾਕਿਸਤਾਨ ਦੇ ਵਿੱਚ ਹੈ, ਕਹਿਣ ਲੱਗੇ ਵੀ ਇੱਥੇ ਇੱਕ ਸੱਤ ਘਰਾਣੇ ਨਾਮ ਦਾ ਇੱਕ ਸ਼ਾਹੂਕਾਰ ਰਹਿੰਦਾ। ਭਾਈ ਮਰਦਾਨਾ ਜੀ ਨੇ ਵੇਖ ਕੇ ਆਖਿਆ, ਕਹਿਣ ਲੱਗੇ ਮਹਾਰਾਜ ਇਹ ਸ਼ਾਹੂਕਾਰ ਬੜਾ ਸੁਖੀ ਹੈ, ਇਹਦੇ ਬੈਠਣ ਵਾਸਤੇ ਵੇਖੋ ਕਿੰਨੀਆਂ ਸੋਹਣੀਆਂ ਚਿੱਟੀਆਂ ਚਾਦਰਾਂ, ਮਖਮਲੀ ਗੱਦੇ ਵਿਛੇ ਹੋਏ, ਨੌਕਰ ਚਾਕਰ ਹੱਥ ਜੋੜ ਕੇ ਖੜ੍ਹੇ ਹੋਏ, ਅਤੇ ਕਈ ਤਰ੍ਹਾਂ ਦੇ ਪਦਾਰਥ ਲਿਆ ਕੇ ਸੇਵਾਦਾਰ ਇਸ ਨੂੰ ਖਵਾਉਂਦੇ ਪਏ, ਪਿਲਾਉਂਦੇ ਪਏ। ਮੈਂ ਜਾਣਦਾ ਵੀ ਇਹ ਜ਼ਿੰਦਗੀ ਵਿੱਚ ਬੜਾ ਸੁਖੀ ਵਿਅਕਤੀ ਹੋਵੇਗਾ ਜਿਹਦੀ ਐਸੀ ਸੇਵਾ ਹੋ ਰਹੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਮਰਦਾਨਾ ਜੀ, ਇਹ ਵੀ ਬਹੁਤ ਦੁਖੀ ਹੈ। ਮਹਾਰਾਜ ਜੀ ਦੁਖੀ ਕਿਵੇਂ ਹੋ ਸਕਦਾ ਹੈ? ਸਾਰੀਆਂ ਸੇਵਾਵਾਂ, ਸਾਰੇ ਸੁੱਖ ਤੇ ਮੌਜੂਦ ਨੇ। ਸਤਿਗੁਰਾਂ ਨੇ ਫਿਰ ਉਹਦਾ ਦੁੱਖ ਜਿਹੜਾ ਸੀ ਨਾ ਉਸੇ ਸ਼ਾਹੂਕਾਰ ਦੇ ਰਾਹੀਂ ਭਾਈ ਮਰਦਾਨਾ ਜੀ ਨੂੰ ਸੁਣਾਇਆ। ਉਹਦਾ ਦੁੱਖ ਸੁਣ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਵਾਕਿਆ ਹੀ ਇਹਦੇ ਵਰਗਾ ਦੁਖੀ ਕੋਈ ਨਹੀਂ ਹੋ ਸਕਦਾ। ਆਪਣਾ ਦੁੱਖ ਸੁਣਾਉਂਦਿਆਂ ਉਹ ਸ਼ਾਹੂਕਾਰ ਰੋਣ ਲੱਗ ਪਿਆ, ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਸ਼ਬਦ ਮਹਾਰਾਜ ਨੇ ਫਿਰ ਉੱਥੇ ਬਖਸ਼ਿਆ, ਅਤੇ ਉਸ ਸ਼ਾਹੂਕਾਰ ਨੂੰ ਮਹਾਰਾਜ ਜੀਆਂ ਨੇ ਹੌਸਲਾ ਵੀ ਦਿੱਤਾ, ਉਪਦੇਸ਼ ਵੀ ਦਿੱਤਾ, ਅਤੇ ਉਹਦਾ ਭਲਾ ਕੀਤਾ। ਇੱਥੋਂ ਅੱਗੇ ਚਲਦਿਆਂ ਮਹਾਰਾਜ ਅੱਗੇ ਜਦੋਂ ਪਹੁੰਚੇ ਤੇ ਦੀਪਾਲਪੁਰ ਨਾਮ ਦਾ ਪਿੰਡ ਹੈ ਇਸੇ ਜ਼ਿਲ੍ਹੇ ਦੇ ਵਿੱਚ। ਮਿੰਟ ਗੁਮਰੀ ਜਿਹੜਾ ਜ਼ਿਲ੍ਹਾ ਹੈ ਨਾ, ਇਹਦੇ ਵਿੱਚ ਦੀਪਾਲਪੁਰ ਨਾਮ ਦਾ ਇੱਕ ਪਿੰਡ ਹੈ। ਸਤਿਗੁਰੂ ਚੱਲ ਕੇ ਜਦੋਂ ਉਸ ਪਿੰਡ ਵਿੱਚ ਪਹੁੰਚੇ ਤੇ ਮਹਾਰਾਜ ਜੀਆਂ ਨੇ ਪੁੱਛਿਆ ਵੀ ਅਸੀਂ ਇੱਥੇ ਰਾਤ ਬਤੀਤ ਕਰਨੀ ਹੈ, ਕੋਈ ਜਗ੍ਹਾ ਦਿੱਤੀ ਜਾਵੇ। ਤੇ ਪਹਿਲਾਂ ਤੇ ਇੱਥੋਂ ਦੇ ਲੋਕ ਬੜੇ ਮਨਮੁਖ ਸਨ, ਸਤਿਗੁਰਾਂ ਨੂੰ ਬੈਠਣ ਹੀ ਨਾ ਦੇਣ। ਜਿੱਥੇ ਮਹਾਰਾਜ ਬੈਠਣ ਉਠਾ ਦਿਆ ਕਰਨ ਵੀ ਜਾਓ ਇੱਥੋਂ ਅੱਗੇ ਚਲੇ ਜਾਓ, ਇੱਥੇ ਨਹੀਂ ਬੈਠਣਾ। ਉਹ ਥਾਂ ਛੱਡ ਕੇ ਮਹਾਰਾਜ ਅੱਗੇ ਚਲੇ ਜਾਂਦੇ। ਅੱਗੇ ਫਿਰ ਜਦੋਂ ਬੈਠਦੇ ਕੋਈ ਨਾ ਕੋਈ ਫਿਰ ਆ ਜਾਂਦਾ, ਆਖਦਾ ਵੀ ਇੱਥੇ ਨਹੀਂ ਬੈਠਣਾ ਹੈ। 2 3 4 ਥਾਵਾਂ ਤੇ ਮਹਾਰਾਜ ਬੈਠੇ ਤੇ ਉੱਠੇ, ਪਰ ਲੋਕ ਉਠਾ ਦਿਆ ਕਰਨ, ਮਹਾਰਾਜ ਨੂੰ ਬੈਠਣ ਨਾ ਦੇਣ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਖਿਨ ਮਹਿ ਨੀਚ ਕੀਟ ਕੋ ਰਾਜ ਦੇਣ ਵਾਲੀ ਸਮਰੱਥਾ ਰੱਖਦੇ, ਵੀ ਕੀੜਿਆਂ ਨੂੰ ਬਾਦਸ਼ਾਹੀ ਬਖਸ਼ਿਸ਼ ਕਰਦੇ ਨੇ, ਇੰਨੀ ਤਾਕਤ ਉਹਨਾਂ ਦੇ ਵਿੱਚ ਹੈ। ਪਰ ਪਿੰਡ ਦੇ ਲੋਕ ਬੈਠਣ ਨਹੀਂ ਦਿੰਦੇ। ਮਹਾਰਾਜ ਨੇ ਕਿਸੇ ਨੂੰ ਕੋਈ ਬੁਰਾ ਬਚਨ,
ਕੋਈ ਦੁੱਖ ਵਾਲਾ ਬਚਨ ਨਹੀਂ ਕੀਤਾ। ਪਰਮੇਸ਼ਰ ਦਾ ਭਾਣਾ ਜਾਣ ਕੇ, ਹੁਕਮ ਜਾਣ ਕੇ ਮਹਾਰਾਜ ਉਸ ਦੇ ਹੁਕਮ ਦੇ ਵਿੱਚ ਹੀ ਉੱਠ ਕੇ ਅੱਗੇ ਚਲੇ ਜਾਂਦੇ। ਨਹੀਂ ਤੇ ਐਸੀਆਂ ਤਾਕਤਾਂ ਵੀ ਕੀੜਿਆਂ ਨੂੰ ਜਿਹੜੇ ਬਾਦਸ਼ਾਹੀ ਬਖਸ਼ਿਸ਼ ਕਰਦੇ, ਐਸਾ ਨਰਾਦਨ ਕਰਨ ਵਾਲਿਆਂ ਨੂੰ ਦੰਡ ਵੀ ਦਿੱਤਾ ਜਾ ਸਕਦਾ। ਸਤਿਗੁਰੂ ਜਦੋਂ ਥੋੜ੍ਹਾ ਇਸ ਨਗਰ ਤੋਂ ਅਗਲੇ ਪਾਸੇ ਹੋਏ ਤੇ ਉੱਥੇ ਕੁਝ ਨੌਜਵਾਨ ਲੜਕੇ ਸਨ ਤੇ ਮਹਾਰਾਜ ਨੇ ਉਹਨਾਂ ਨੂੰ ਪੁੱਛ ਲਿਆ। ਕਹਿਣ ਲੱਗੇ, ਭਾਈ ਅਸੀਂ ਕਿਤੇ ਬੈਠਣਾ ਹੈ, ਰਾਤ ਪੈ ਰਹੀ ਹੈ, ਸਾਨੂੰ ਜਗ੍ਹਾ ਕੋਈ ਦੱਸੀ ਜਾਵੇ ਤੇ ਅਸੀਂ ਬੈਠ ਕੇ ਆਰਾਮ ਕਰ ਲਈਏ। ਇਹ ਬਚਨ ਸੁਣ ਕੇ ਉਹ ਜਿਹੜੇ ਸ਼ਰਾਰਤੀ ਲੜਕੇ ਸਨ ਉਹਨਾਂ ਨੇ ਸ਼ਰਾਰਤ ਕੀਤੀ, ਮਖੌਲ ਕੀਤਾ। ਪਿੰਡੋਂ ਬਾਰ-ਬਾਰ ਇੱਕ ਕੋਹੜੀ ਫਕੀਰ ਰਹਿੰਦਾ ਜਿਸ ਨੂੰ ਕੋਹੜ ਹੋਇਆ ਤੇ ਪਿੰਡ ਦੇ ਲੋਕਾਂ ਨੇ ਬਾਰ-ਬਾਰ ਕੱਢ ਦਿੱਤਾ। ਉਸ ਵੇਲੇ ਇਸ ਬਿਮਾਰੀ ਨੂੰ ਬੜਾ ਨਾਮ ਮੁਰਾਦ ਤੇ ਬੜਾ ਭਿਆਨਕ ਸਮਝਿਆ ਜਾਂਦਾ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਵੇਖਦੇ ਨਾ, ਕਰੋਨਾ ਨਾਮ ਦੀ ਬਿਮਾਰੀ ਨੇ ਦਹਿਸ਼ਤ ਫੈਲਾ ਦਿੱਤੀ। ਆਪਣੇ ਹੀ ਛੱਡ ਕੇ ਆਪਣਿਆਂ ਨੂੰ ਪਰੇ ਦੂਰ ਹੋ ਗਿਆ, ਡਰ ਪੈਦਾ ਹੋ ਗਿਆ, ਮੈਂ ਨਾ ਮਰ ਜਾਵਾਂ। ਇਸ ਤਰ੍ਹਾਂ ਗੁਰਮੁਖੋ ਉਸ ਸਮੇਂ ਵੀ ਕੋਹੜ ਦਾ ਰੋਗ ਜਿਹੜਾ ਨਾ ਬੜਾ ਭਿਅੰਕਰ ਮੰਨਿਆ ਜਾਂਦਾ ਵੀ ਇਹਦੇ ਤੋਂ ਅੱਗੇ ਕਿਤੇ ਦੂਜੇ ਪਰਿਵਾਰ ਨੂੰ ਇਹ ਰੋਗ ਦੁੱਖ ਨਾ ਹੋ ਜਾਵੇ ਤੇ ਜਿਹਨੂੰ ਰੱਬ ਨਾ ਕਰੇ ਬਿਮਾਰੀ ਹੋ ਜਾਵੇ ਉਹਨੂੰ ਪਿੰਡੋਂ, ਘਰੋਂ, ਸ਼ਹਿਰੋਂ, ਪਰਿਵਾਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਇਹ ਕੋਹੜੀ ਵਿਚਾਰਾ ਬਾਹਰ ਝੁੱਗੀ ਪਾ ਕੇ ਰਹਿੰਦਾ ਪਿਆ ਤੇ ਉਹ ਸ਼ਰਾਰਤੀ ਲੜਕਿਆਂ ਨੇ ਇਸ਼ਾਰਾ ਕੀਤਾ। ਕਹਿਣ ਲੱਗੇ ਵੀ ਉਹ ਝੁੱਗੀ ਵੀ ਤੁਸੀਂ ਜਾ ਕੇ ਰਹਿ ਸਕਦੇ। ਤੇ ਸਤਿਗੁਰੂ ਪਾਤਸ਼ਾਹ ਜਾਣੀ ਜਾਣ ਨਾ ਸਭ ਕੋਈ ਜਾਣਦੇ, ਮਹਾਰਾਜ ਜੀਆਂ ਦੇ ਸੇਵਾਦਾਰ ਭਾਈ ਬਾਲਾ, ਭਾਈ ਮਰਦਾਨਾ ਜੀ ਨਾਲ ਤੇ ਸਤਿਗੁਰੂ ਪਾਤਸ਼ਾਹ ਜੀ ਉਸ ਝੁੱਗੀ ਦੇ ਨੇੜੇ ਜਾ ਕੇ ਬੈਠ ਗਏ। ਇਹਦੇ ਵਿੱਚ ਰਹਿੰਦਾ ਹੈ ਉਹ ਜਿਹੜਾ ਫਕੀਰ ਹੈ, ਹੁਤੋ ਕੁਸ਼ਟ ਜੁਤ ਏਕ ਫਕੀਰਾ, ਨਿਸ ਬਾਸਰ ਬਹੁ ਪਾਵਤ ਪੀਰਾ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਉੱਥੇ ਇੱਕ ਕੋਹੜੀ ਪੀਰ ਰਹਿੰਦਾ, ਕੁਸ਼ਟ ਨਾਮ ਕੋਹੜ ਦਾ ਹੀ ਹੈ। ਉਤੋਂ ਕੁਸ਼ਟ ਜੁਤ ਏਕ ਫਕੀਰਾ, ਉੱਥੇ ਇੱਕ ਫਕੀਰ ਰਹਿੰਦਾ, ਕੋਹੜੀ ਹੋਇਆ ਤੇ ਕੋਹੜ ਦੇ ਰੋਗ ਦੇ ਕਰਕੇ ਨਿਸ ਬਾਸਰ ਬਹੁ ਪਾਵਤ ਪੀਰਾ, ਦਿਨੇ ਤੇ ਰਾਤ ਵਿਚਾਰਾ ਪੀੜ ਕਰਕੇ ਹਾਏ ਹਾਏ ਕਰਦਾ, ਪਰ ਉਹਦੀ ਹਾਏ ਹਾਏ ਨੂੰ ਸੁਣਦਾ ਕੋਈ ਨਹੀਂ। ਦੇਖ ਦਇਆਨੰਦ ਕਿਰਪਾ ਆਈ। ਗੁਰੂ ਨਾਨਕ ਦੇ ਪਾਤਸ਼ਾਹ ਦੇ ਜਦੋਂ ਕੰਨਾਂ ਵਿੱਚ ਉਹਦੇ ਆਵਾਜ਼ ਪਈ ਨਾ ਹਾਏ ਹਾਏ ਦੀ, ਤੇ ਮਹਾਰਾਜ ਦਇਆ ਵਿੱਚ ਆਏ, ਮਿਹਰ ਵਿੱਚ ਆਏ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਝੁੱਗੀ ਢਿੱਗ ਬੈਠੇ ਜਗ ਸਾਈਂ। ਜਗਤ ਦੇ ਮਾਲਕ ਗੁਰੂ ਨਾਨਕ ਦੇ ਪਾਤਸ਼ਾਹ ਜੀ ਝੁੱਗੀ ਦੇ ਕੋਲ ਜਾ ਕੇ ਬੈਠ ਗਿਆ ਵੀ ਇਹ ਵਿਚਾਰਾ ਕੋਹੜ ਨਾਲ ਹਾਏ ਹਾਏ ਕਰਦਾ ਹੈ। ਉਹਦਾ ਦੁੱਖ ਵੰਡਾਉਣ ਵਾਸਤੇ ਮਹਾਰਾਜ ਝੁੱਗੀ ਦੇ ਕੋਲ ਬੈਠੇ। ਅਜੇ ਦਿਨ ਕੁਝ ਖਲੋਤਾ ਹੋਇਆ ਤੇ ਪੀਰ ਨੂੰ, ਉਸ ਕੋਹੜੀ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ ਹੋ ਰਿਹਾ। ਜਦੋਂ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਉਹ ਕੋਹੜ ਦੇ ਰੋਗ ਦੇ ਨਾਲ ਜਿਹੜੀ ਦਰਦ ਹੋ ਰਹੀ ਸੀ ਨਾ, ਉਹ ਪੀੜਾ ਹੋਣੋਂ ਬੰਦ ਹੋ ਗਈ, ਦਰਦ ਬੰਦ ਹੋ ਗਿਆ ਤੇ ਮਨ ਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਗਈ। ਸਤਿਗੁਰਾਂ ਦਾ ਸਰੂਪ ਹੀ ਇਹੋ ਜਿਹਾ ਨਾ, ਮਹਾਰਾਜ ਦੇ ਦਿਦਾਰੇ ਹੀ ਇਹੋ ਜਿਹਾ। ਮਨ ਤਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਸਤਿਗੁਰੂ ਦੇਖ ਲਈਏ, ਦਰਸ਼ਨ ਕਰ ਲਈਏ, ਡਿੱਠ ਲਈਏ ਤੇ ਮਨ ਤੇ ਤਨ ਨਿਹਾਲ ਹੋ ਜਾਂਦਾ ਨਾ, ਸ਼ਾਂਤੀ ਮਿਲ ਜਾਂਦੀ ਹੈ। ਪੀਰ ਨੇ ਕੀਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰਸ਼ਨ, ਪੀੜ ਤੋਂ, ਦਰਦ ਤੋਂ ਕੁਝ ਰਾਹਤ ਮਿਲੀ ਹੈ, ਕੁਝ ਸ਼ਾਂਤੀ ਮਿਲੀ ਹੈ। ਚੁੱਪ ਕਰਕੇ ਆਪਣੀ ਕੁੱਲੀ ਵਿੱਚ ਬੈਠਾ ਹੋਇਆ ਮਹਾਰਾਜ ਨੂੰ ਦੂਰੋਂ ਤੱਕਦਾ ਪਿਆ। ਇੰਨੇ ਚਿਰ ਨੂੰ ਗੁਰਮੁਖੋ ਸੂਰਜ ਡੁੱਬ ਗਿਆ, ਸੂਰਜ ਛਿਪ ਗਿਆ, ਹਨੇਰਾ ਹੋ ਗਿਆ। ਹਨੇਰਾ ਹੋਣ ਦੇ ਨਾਲ ਹੁਣ ਹਨੇਰੇ ਵਿੱਚ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ। ਉਸ ਵੇਲੇ ਫਿਰ ਪੀਰ ਨੂੰ, ਉਹ ਫਕੀਰ ਨੂੰ ਜਿਹੜਾ ਕੋਹੜੀ ਹੈ ਵਿਚਾਰਾ, ਫਿਰ ਦਰਦ ਦੇ ਨਾਲ ਹਾਏ ਹਾਏ ਕਰਲਾਉਣ ਲੱਗ ਪਿਆ। ਸ਼ਾਂਤੀ ਆਰਾਮ ਉਹਨਾਂ ਚਿਰ ਰਿਹਾ ਜਿੰਨਾ ਚਿਰ ਦਿਦਾਰੇ ਹੁੰਦੇ ਰਹੇ। ਦਿਦਾਰੇ ਹੋਣੇ ਬੰਦ ਹੋ ਗਿਆ, ਦਰਸ਼ਨ ਹੋਣੇ ਹਨੇਰੇ ਕਰਕੇ ਬੰਦ ਹੋ ਗਿਆ। ਫਿਰ ਉਸੇ ਤਰ੍ਹਾਂ ਵਿਰਲਾਪ ਕਰਦਾ। ਪੀਰ ਨੂੰ ਮਹਾਰਾਜ ਜੀਆਂ ਦੀ ਮਹਿਮਾ ਦਾ ਪਤਾ ਲੱਗ ਗਿਆ ਵੀ ਇਹ ਕੋਈ ਬਹੁਤ ਵੱਡੇ ਸਾਧੂ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰੀ ਪੀੜਾ ਦੂਰ ਹੋਈ ਹੈ। ਇਸ ਨੇ ਆਪਣੀ ਸੋਟੀ ਫੜੀ, ਡੰਗੋਰੀ ਫੜੀ ਤੇ ਹੌਲੀ ਹੌਲੀ ਚੱਲਦਾ ਚੱਲਦਾ ਮਹਾਰਾਜ ਦੇ ਕੋਲ ਆ ਗਿਆ। ਕਹਿ ਫਕੀਰ ਬੰਦ ਕਰ ਦੂ। ਇਹਨੇ ਹੱਥ ਜੋੜ ਲਿਆ ਮਹਾਰਾਜ ਦੇ ਕੋਲ ਆਉਂਦੇ। ਕਹਿ ਫਕੀਰ ਆ ਕੇ ਕਹਿਣ ਲੱਗਾ ਹੱਥ ਬੰਦ ਕਰ ਦੋ। ਦੋਨੇ ਹੱਥ ਜੋੜ ਕੇ ਇਹਨੇ ਬੇਨਤੀ ਕੀਤੀ, ਮੋਰ ਸਮੀਪ ਨਾ ਆਵਤ ਕੋ। ਮਹਾਰਾਜ ਮੇਰੇ ਨੇੜੇ ਤੇ ਆਉਂਦਾ ਹੀ ਕੋਈ ਨਹੀਂ।
ਜਦੋਂ ਦਾ ਮੈਨੂੰ ਰੱਬ ਨੇ ਕੋਹੜ ਦਾ ਰੋਗ ਲਾਇਆ, ਅੱਜ ਪਹਿਲੀ ਵਾਰੀ ਹੋਇਆ ਵੀ ਤੁਸੀਂ ਮੇਰੀ ਝੁੱਗੀ ਕੋਲ ਆ ਕੇ ਬੈਠੇ ਹੋਏ। ਝੁੱਗੀ ਦੇ ਕੋਲੋਂ ਤੇ ਲੰਘਣਾ ਲੋਕ ਪਸੰਦ ਨਹੀਂ ਕਰਦੇ। ਕਹਿ ਫਕੀਰ ਬੰਦ ਕਰ ਦਊ, ਮੋਰ ਸਮੀਪ ਨਾ ਆਵਤ ਕੋ। ਮੇਰੇ ਨੇੜੇ ਕੋਈ ਨਹੀਂ ਜੇ ਮਹਾਰਾਜ ਆਉਂਦਾ, ਲੋਕ ਦੂਰੋਂ ਵੇਖ ਕੇ ਭੱਜ ਜਾਂਦੇ। ਤੇ ਮੇਰੇ ਮਨ ਵਿੱਚ ਇੰਨੀ ਨਿਰਾਸ਼ਤਾ ਹੈ, ਇੰਨਾ ਦੁੱਖ ਹੈ। ਬੰਦੇ ਦੀ ਕੀ ਗੱਲ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਪੰਛੀ ਵੀ ਮੈਨੂੰ ਵੇਖ ਕੇ ਭੱਜਦੇ ਨੇ। ਪੰਛੀ ਵੀ ਮੇਰੇ ਕੋਲ ਬੈਠਣਾ ਪਸੰਦ ਨਹੀਂ ਕਰਦੇ। ਖੱਗ ਭਾਗੈ ਪਿਖ ਕਿਆ ਨਰ। ਮੈਨੂੰ ਵੇਖ ਕੇ ਪੰਛੀ ਭੱਜ ਜਾਣ, ਮਨੁੱਖ ਵਿਚਾਰੇ ਕੀ ਨੇ। ਬੰਦੇ ਨੂੰ ਤੇ ਫਿਰ ਵੀ ਸਮਝ ਹੈ ਨਾ, ਸੋਝੀ ਆ ਵੀ ਕੋਹੜ ਹੋ ਜਾਏਗਾ। ਕਹਿਣ ਲੱਗਾ ਮੈਨੂੰ ਰੋਗ ਹੀ ਇਹੋ ਜਿਹਾ ਲੱਗਾ, ਮੈਨੂੰ ਤੇ ਹੁਣ ਇਸ ਤਰ੍ਹਾਂ ਲੱਗਦਾ ਵੀ ਪਸ਼ੂ ਪੰਛੀ ਵੀ ਮੇਰੇ ਕੋਲ ਖਲੋਣਾ ਚੰਗਾ ਨਹੀਂ ਸਮਝਦੇ। ਉਹ ਭੱਜ ਜਾਂਦੇ। ਮਹਾਰਾਜ ਤੁਸੀਂ ਆਇਓ ਮੇਰੇ 'ਤੇ ਕਿਰਪਾ ਕਰਨ ਵਾਸਤੇ। ਤੁਮ ਆਏ ਮੂੰਹ ਪਰ ਕਿਰਪਾ ਕਰ, ਕਰੁਣਾ ਕਰ। ਤੁਸੀਂ ਮੇਰੇ 'ਤੇ ਕਿਰਪਾ ਕਰਕੇ ਮੇਰੇ ਕੋਲ ਆਇਓ। ਜੇ ਮਹਾਰਾਜ ਆ ਹੀ ਗਏ ਤੇ ਹੁਣ ਕਿਰਪਾ ਕਰੋ, ਮੇਰੇ ਕੋਹੜ ਦਾ ਰੋਗ ਜਿਹੜਾ ਨਾ ਦੂਰ ਕਰ ਦਿਓ। ਮੈਂ ਤੁਹਾਡੀ ਮਹਿਮਾ ਨੂੰ ਜਾਣ ਲਿਆ ਹੈ। ਤੁਹਾਡੀ ਮਹਿਮਾ ਅਪਰੰਪਾਰ ਹੈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪੀੜਾ ਤੋਂ ਸ਼ਾਂਤੀ ਮਿਲੀ ਹੈ, ਮਨ ਸ਼ਾਂਤ ਹੋ ਗਿਆ। ਜੇ ਤੁਸੀਂ ਕਿਰਪਾ ਕਰੋਗੇ ਤੇ ਮੇਰੇ ਕੋਹੜ ਦਾ ਰੋਗ ਦੂਰ ਹੋ ਜਾਏਗਾ। ਇਹ ਮੇਰੇ 'ਤੇ ਰਹਿਮਤ ਕਰੋ। ਜਦੋਂ ਉਸ ਕੋਹੜੀ ਫਕੀਰ ਨੇ ਇਹ ਤਰਲਾ ਕੀਤਾ ਨਾ ਮਹਾਰਾਜ ਦੇ ਚਰਨਾਂ ਵਿੱਚ ਕਿ ਮਹਾਰਾਜ ਕਿਰਪਾ ਕਰੋ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਰਹਿਮ ਕਰਨ ਲੱਗੇ, ਬਖਸ਼ਿਸ਼ ਕਰਨ ਲੱਗੇ। ਕਹਿਣ ਲੱਗੇ ਭਾਈ ਮਰਦਾਨਾ ਜੀ, ਰਬਾਬ ਨੂੰ ਆਪਣੇ ਹੱਥਾਂ ਵਿੱਚ ਲਓ, ਚਲੋ ਆਪਾਂ ਸ਼ਬਦ ਪੜ੍ਹੀਏ, ਗੁਰਬਾਣੀ ਦਾ ਗਾਇਨ ਕਰੀਏ, ਕੀਰਤਨ ਕਰੀਏ, ਇਸ ਰੋਗੀ ਦੇ ਰੋਗ ਨੂੰ ਦੂਰ ਕਰੀਏ। ਭਾਈ ਮਰਦਾਨਾ ਜੀਆਂ ਨੇ ਉਸ ਵੇਲੇ ਹੁਕਮ ਮੰਨਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਰਬਾਬ ਆਪਣੇ ਹੱਥਾਂ ਵਿੱਚ ਲਿਆ, ਰਬਾਬ ਦੀਆਂ ਤਾਰਾਂ ਨੂੰ ਛੇੜਿਆ। ਤੇ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਹ ਜੋ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ, ਇਹ ਸ਼ਬਦ ਮਹਾਰਾਜ ਨੇ ਉਦੋਂ ਉਚਾਰਿਆ ਉਸ ਕੋਹੜੀ ਦਾ ਕੋਹੜ ਦੂਰ ਕਰਨ ਵਾਸਤੇ, ਰੋਗ ਦੂਰ ਕਰਨ ਵਾਸਤੇ। ਤੇ ਪਾਤਸ਼ਾਹ ਬਖਸ਼ਦੇ ਹਨ। ਜਿਉ ਤਪਤ ਹੈ ਬਾਰੋ ਬਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਤਰ੍ਹਾਂ ਇਹ ਕੋਹੜੀ ਫਕੀਰ ਜਿਹੜਾ ਹੈ, ਇਹ ਕੋਹੜ ਕਰਕੇ ਇਹਦਾ ਜੀਉ ਆਤਮਾ ਵਾਰ-ਵਾਰ ਕਹਿ ਲਈਏ ਕਿ ਤਪਦਾ ਹੈ। ਵਾਰ-ਵਾਰ ਇਹਦਾ ਮਨ ਤਪਦਾ ਪਿਆ, ਸੜਦਾ ਪਿਆ। ਵਾਰ-ਵਾਰ ਇਹ ਹਾਏ ਹਾਏ ਕਰਦਾ, ਵਾਰ-ਵਾਰ ਦੁਖੀ ਹੋ ਰਿਹਾ। ਜਿਸ ਤਰ੍ਹਾਂ ਕੋਹੜ ਦੇ ਰੋਗ ਕਰਕੇ ਇਹ ਫਕੀਰ ਵਿਚਾਰਾ ਕੋਹੜ ਦੀ ਦੁੱਖ ਕਰਕੇ ਹਾਏ ਹਾਏ ਕਰਦਾ, ਤਪਦਾ ਹੈ, ਦੁਖੀ ਹੋ ਰਿਹਾ ਹੈ। ਤਪ ਤਪ ਖਪੈ ਬਹੁਤ ਬੇਕਾਰ। ਸੋ ਕਹਿਣ ਲੱਗੇ ਤਪ ਤਪ ਕੇ ਵਿਕਾਰਾਂ ਦੇ ਹੋਣ ਕਰਕੇ ਵਿਚਾਰਾ ਖਪਦਾ ਪਿਆ ਹੈ, ਦੁਖੀ ਹੁੰਦਾ ਪਿਆ। ਇਹਦੇ ਮਨ ਦੇ ਵਿੱਚ ਕੋਈ ਵਿਕਾਰ ਹੈ, ਕੋਈ ਪਾਪ ਹੈ, ਪਾਪਾਂ ਕਰਕੇ ਸਜ਼ਾ ਮਿਲੀ ਹੈ, ਕੋਹੜ ਦਾ ਰੋਗ ਹੋਇਆ। ਕਹਿਣ ਲੱਗੇ ਤਪ ਤਪ ਖਪੈ ਬਹੁਤ ਬੇਕਾਰ। ਤਪ ਤਪ ਕਰਕੇ ਵਿਕਾਰਾਂ ਦੇ ਸਹਿਤ ਹੋਣ ਕਰਕੇ ਖਪੇ ਕਹੀਏ, ਦੁਖੀ ਹੁੰਦਾ ਪਿਆ। ਇਹ ਕੋਹੜੀ ਜਿਹੜਾ ਹੈ, ਕੋਹੜ ਦੇ ਰੋਗ ਕਰਕੇ ਐਸੀ ਇਸ ਨੂੰ ਸਜ਼ਾ ਮਿਲੀ ਹੈ। ਜੈ ਤਨ ਬਾਣੀ ਵਿਸਰ ਜਾਏ। ਇਸੇ ਤਰ੍ਹਾਂ ਬਿਲਕੁਲ ਇਨ ਭਿੰਨ ਮਹਾਰਾਜ ਕਹਿਣ ਲੱਗੇ ਜੈ ਤਨ। ਜੈ ਤੋਂ ਭਾਵ ਜਿਸ, ਤੇ ਤਨ ਕਹੀਏ ਜਿਸ ਦੇ ਸਰੀਰ ਵਿੱਚੋਂ, ਜਿਸ ਦੇ ਮਨ ਵਿੱਚੋਂ ਬਾਣੀ ਭੁੱਲ ਜਾਂਦੀ ਹੈ ਨਾ ਉਹ ਸਰੀਰ ਕਰਕੇ ਬਾਣੀ ਪੜ੍ਹਦਾ, ਨਾ ਉਹ ਮਨ ਕਰਕੇ ਬਾਣੀ ਪੜ੍ਹਦਾ। ਇੱਥੇ ਤਨ ਦਾ ਅਰਥ ਵਿਦਵਾਨਾਂ ਨੇ ਮਨ ਹੀ ਕੀਤਾ ਹੈ। ਕਹਿਣ ਲੱਗੇ ਜਿਨ੍ਹਾਂ ਦੇ ਮਨ ਵਿੱਚੋਂ ਭਾਈ ਬਾਣੀ ਵਿਸਰ ਜਾਂਦੀ ਹੈ, ਬਾਣੀ ਭੁੱਲ ਜਾਂਦੀ ਹੈ, ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਨਹੀਂ ਜਾਣਦੇ, ਪੜ੍ਹਨਾ ਨਹੀਂ ਚਾਹੁੰਦੇ, ਗੁਰੂ ਦੀ ਬਾਣੀ ਨੂੰ ਜਿਹੜੇ ਚੇਤੇ ਨਹੀਂ ਨਾ ਕਰਦੇ, ਤੇ ਪਾਤਸ਼ਾਹ ਫਰਮਾਉਂਦੇ ਹਨ ਜੋ ਪੱਕਾ ਰੋਗੀ ਵਿਰਲਾਏ। ਜਿਵੇਂ ਇਹ ਕੋਹੜ ਦਾ ਰੋਗੀ ਹੈ, ਪੱਕਾ ਰੋਗੀ ਕੋਹੜ ਦਾ ਰੋਗ, ਕੋਹੜ ਦੇ ਰੋਗ ਕਰਕੇ ਜਿਵੇਂ ਇਹ ਫਕੀਰ ਵਿਲ ਲਾਏ ਕਹੀਏ ਵਿਰਲਾਪ ਕਰਦਾ ਪਿਆ, ਹਾਏ ਹਾਏ ਕਰਦਾ। ਇਹ ਤੇ ਤਾਂ ਕਰਦਾ ਪਿਆ ਵੀ ਇਹਨੂੰ ਕੋਹੜ ਦਾ ਰੋਗ ਹੋਇਆ ਤੇ ਉਹ ਰੋਗ ਇਹਨੂੰ ਅੰਦਰੋਂ ਦੁਖੀ ਕਰਦਾ, ਸਾੜਦਾ ਪਿਆ, ਤੇ ਤਾਂ ਇਹਦੇ ਮੂੰਹੋਂ ਦੁੱਖ ਦੇ ਸ਼ਬਦ ਨਿਕਲਦੇ ਪਏ, ਇਹ ਹਾਏ ਕਰਦਾ ਹੈ। ਮਹਾਰਾਜ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਜੈ ਤਨ ਬਾਣੀ ਵਿਸਰ ਜਾਏ। ਜਿਨ੍ਹਾਂ ਸਰੀਰਾਂ ਵਿੱਚੋਂ, ਜਿਨ੍ਹਾਂ ਮਨਾਂ ਵਿੱਚੋਂ ਗੁਰਮੁਖੋ ਬਾਣੀ ਭੁੱਲ ਜਾਂਦੀ ਹੈ ਨਾ, ਉਹ ਵੀ ਸਾਰੀ ਉਮਰ ਜਨਮ ਤੋਂ ਲੈ ਕੇ ਮਰਨ ਤੱਕ, ਭਾਵੇਂ ਜਵਾਨੀ ਹੈ, ਭਾਵੇਂ ਬੁਢੇਪਾ ਹੈ, ਭਾਵੇਂ ਬਚਪਨ ਹੈ, ਸਾਰੀ ਉਮਰ ਹਾਏ ਹਾਏ ਕਰਦਿਆਂ, ਤੜਫਦਿਆਂ ਹੋਇਆਂ, ਦੁਖੀ ਹੁੰਦਿਆਂ ਹੀ ਉਹਨਾਂ ਦੀ ਉਮਰਾਂ ਲੰਘ ਜਾਂਦੀ ਹੈ।
ਉਹ ਕਦੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ, ਕਦੇ ਉਹਦੀ ਰਹਿਮਤ 'ਤੇ ਖੁਸ਼ ਨਹੀਂ ਹੋਏ। ਹਰ ਪਾਸੇ ਉਹ ਪਰਮਾਤਮਾ ਨੂੰ ਲਾਂਭਾ ਹੀ ਦਿੰਦੇ, ਇਹ ਕੀ ਮੇਰੇ ਨਾਲ ਕੀਤਾ। ਕਦੇ ਇਹ ਨਹੀਂ ਸੋਚਿਆ ਵੀ ਇਹ ਸਭ ਕੁਝ ਮੈਂ ਆਪਣੇ ਕਰਮਾਂ ਦਾ ਦਿੱਤਾ ਹੋਇਆ ਛਕਦਾ ਪਿਆ, ਜਿਵੇਂ ਦੇ ਕਰਮ ਕੀਤੇ ਉਵੇਂ ਦਾ ਫਲ ਤੇ ਭੁਗਤਣਾ ਹੀ ਪਵੇਗਾ ਨਾ। ਪਰ ਮਨੁੱਖ ਦੀ ਫਿਤਰਤ ਇਹ ਹੈ ਵੀ ਕਰਮ ਮੈਂ ਕਰਾਂ ਪਾਪ ਦਾ ਤੇ ਪਾਪ ਦਾ ਫਲ ਕਿਸੇ ਹੋਰ ਨੂੰ ਮਿਲੇ, ਇਹ ਨਹੀਂ ਹੋ ਸਕਦਾ। ਮਹਾਰਾਜ ਕਹਿਣ ਲੱਗੇ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਬੀਜਦਾ ਕਿੱਕਰ ਦਾ ਬੀ ਪਿਆ, ਚਾਹੁੰਦਾ ਵੀ ਅੰਗੂਰ ਖਾ ਲਵਾਂ। ਬੀਜਦਾ ਕਪਾਹ ਪਿਆ ਤੇ ਸੋਚਦਾ ਵੀ ਰੇਸ਼ਮ ਦੇ ਕੱਪੜੇ ਪਾਵਾਂ, ਕਿਵੇਂ ਪਾਵੇਂਗਾ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੂਜਿਆਂ ਦੇ ਅੱਗੇ ਟੋਏ ਪੱਟਦਾ, ਦੂਜਿਆਂ ਨੂੰ ਦੁੱਖ ਦੇਣਾ ਚਾਹੁੰਦਾ ਤੇ ਬਦਲੇ ਦੇ ਵਿੱਚ ਆਪ ਸੁੱਖ ਦੀ ਭਾਵਨਾ ਰੱਖਦਾ ਹੈ। ਕਿਸ ਤਰ੍ਹਾਂ ਸੁੱਖ ਮਿਲੇਗਾ ਦੂਜੇ ਨੂੰ ਦੁੱਖ ਦੇ ਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਅਵਤਰੈ, ਜਾਏ ਆਪਣੇ ਖਾਏ। ਪਹਿਲੇ ਸਮੇਂ ਵਿੱਚ ਕੀ ਹੁੰਦਾ, ਕੁਝ ਲੋਕਾਂ ਦੀ ਵਿਚਾਰ ਇਸ ਤਰ੍ਹਾਂ ਦੀ ਸੀ ਵੀ ਜੇ ਕਿਸੇ ਬੀਬੀ ਨੂੰ ਬੱਚਾ ਨਹੀਂ ਨਾ ਹੁੰਦਾ, ਉਹਨੇ ਕਿਸੇ ਸਾਧੂ ਕੋਲ ਚਲੇ ਜਾਣਾ, ਕਿਸੇ ਪਖੰਡੀ ਕੋਲ ਚਲੇ ਜਾਣਾ ਵੀ ਮੇਰਾ ਕੋਈ ਹੱਲ ਕਰੋ, ਮੈਨੂੰ ਬੱਚੇ ਦੀ, ਪੁੱਤਰ ਦੀ, ਔਲਾਦ ਦੀ ਦਾਤ ਮਿਲੇ। ਤੇ ਪਖੰਡੀਆਂ ਨੇ ਇਹ ਉਪਦੇਸ਼ ਦੇ ਦੇਣਾ ਵੀ ਜਿਸ ਬੀਬੀ ਨੂੰ ਬੱਚਾ ਹੋਣ ਵਾਲਾ ਹੈ ਨਾ, ਜਾ ਕੇ ਉਹਨੂੰ ਡਰਾ ਦੇ, ਯਕਦਮ ਕੋਈ ਇਹੋ ਜਿਹਾ ਕੰਮ ਕਰ ਵੀ ਉਹ ਬੀਬੀ ਡਰ ਜਾਵੇ। ਜਦੋਂ ਉਹ ਡਰ ਜਾਵੇਗੀ ਉਹਦਾ ਗਰਭਪਾਤ ਹੋ ਜਾਏਗਾ, ਉਹਦਾ ਬੱਚਾ ਗਿਰ ਜਾਏਗਾ ਤੇ ਸਮਾਂ ਪੈ ਕੇ ਉਹ ਬੱਚਾ ਤੈਨੂੰ ਮਿਲ ਜਾਏਗਾ, ਤੂੰ ਬੱਚੇ ਵਾਲੀ ਬਣ ਜਾਏਗੀ। ਪਖੰਡੀ ਲੋਕ ਇਸ ਤਰ੍ਹਾਂ ਦਾ ਭਰਮ ਕਰਕੇ ਤੇ ਇਸ ਤਰ੍ਹਾਂ ਦਾ ਭਰਮ ਜਾਲ ਫੈਲਾਉਂਦੇ ਤੇ ਉਹਨਾਂ ਦੇ ਮਗਰ ਲੱਗ ਕੇ ਲੋਕ ਇਸੇ ਤਰ੍ਹਾਂ ਕਰਦੇ। ਮੇਰੇ ਬੱਚਾ ਨਹੀਂ ਹੋਇਆ ਪਰ ਦੂਸਰੇ ਦੇ ਹੁੰਦਾ ਪਿਆ, ਉਹਦਾ ਡਰਾ ਕੇ ਗਿਰਾ ਦਿਓ ਤੇ ਫਿਰ ਮੈਨੂੰ ਮਿਲ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਤ ਜਗਾਵਨ ਜਾਏ, ਰਾਤ ਨੂੰ ਗਰਭਵਤੀ ਔਰਤ ਨੂੰ ਜਾ ਕੇ ਜਗਾ ਦੇਣਾ, ਜਗਾ ਕੇ ਡਰਾ ਦੇਣਾ, ਭੂਤ ਬਣ ਕੇ, ਕੋਈ ਚੋਰ ਬਣ ਕੇ, ਕੋਈ ਡਰ ਵਾਲਾ ਸਰੂਪ ਆਪਣਾ ਬਣਾ ਕੇ ਤੇ ਡਰਾ ਦੇਣਾ ਸੁੱਤੀ ਪਈ ਗਰਭਵਤੀ ਇਸਤਰੀ। ਰਾਤ ਜਗਾਵਨ ਜਾਏ, ਰਾਤ ਨੂੰ ਜਾ ਕੇ ਡਰਾ ਕੇ ਜਗਾ ਦਿੱਤਾ। ਕਾਹਦੇ ਵਾਸਤੇ ਵੀ ਇਹਦਾ ਬੱਚਾ ਨਾ ਰਵੇ ਪਰ ਮੈਨੂੰ ਮਿਲ ਜਾਵੇ। ਇਹ ਚੰਗਾ ਕਰਮ ਕੀਤਾ, ਪਾਪ ਕਰਮ ਕੀਤਾ। ਆਪ ਨੂੰ ਨਹੀਂ ਮਿਲਿਆ ਤੇ ਕਰਮ ਹੈ, ਦੂਜੇ ਨੂੰ ਮਿਲਦਾ ਪਿਆ ਉਹ ਤੈਨੂੰ ਦੁੱਖ ਲੱਗਦਾ ਪਿਆ। ਮਹਾਰਾਜ ਨੇ ਫਿਰ ਸਜ਼ਾ ਕੀ ਦੇ ਦਿੱਤੀ। ਕਬੀਰ ਸਾਹਿਬ ਜੀ ਕਹਿਣ ਲੱਗੇ ਸਰਪਨ ਹੋਏ ਕੈ ਅਵਤਰੈ। ਰੱਬ ਨੇ ਅਗਲਾ ਜਨਮ ਫਿਰ ਸਪਣੀ ਦਾ ਦੇ ਦਿੱਤਾ। ਸਪਣੀ ਦਾ ਕਿਉਂ ਦਿੱਤਾ? ਕਿਉਂਕਿ ਬਹੁਤੇ ਆਂਡੇ ਦਿੰਦੀ ਹੈ, ਬਹੁਤੇ ਬੱਚੇ ਪੈਦਾ ਕਰਦੀ ਹੈ। ਤੇ ਗਈ ਸੀ ਨਾ ਦੂਜੇ ਦਾ ਬੱਚਾ ਖਾਣ ਵਾਸਤੇ, ਦੂਜੇ ਦਾ ਬੱਚਾ ਗਰਾਉਣ ਵਾਸਤੇ ਗਈ ਹੈ, ਖਾਣ ਵਾਸਤੇ ਗਈ ਹੈ। ਪਰਮਾਤਮਾ ਨੇ ਸਪਣੀ ਦਾ ਜਨਮ ਦੇ ਕੇ ਤੋਰਿਆ। ਕਹਿਣ ਲੱਗੇ ਲੈ ਆਪਣੇ ਹੀ ਪੈਦਾ ਕਰ ਤੇ ਆਪਣੇ ਹੀ ਖਾਈ ਜਾ। ਸਪਣੀ ਬੈਠੀ ਰਹਿੰਦੀ ਨਾ ਆਪਣੇ ਆਂਡਿਆਂ ਦੇ ਉੱਪਰ, ਭੁੱਖੀ ਤੇ ਪਿਆਸੀ, ਤੇ ਭੁੱਖੀ ਰਹਿ ਕੇ ਉਹਦੇ ਮਨ ਵਿੱਚ ਕ੍ਰੋਧ ਇੰਨਾ ਆ ਜਾਂਦਾ, ਦੁੱਖ ਇੰਨਾ ਆ ਜਾਂਦਾ। ਬੱਚੇ ਜਿਵੇਂ ਜਿਵੇਂ ਆਂਡਿਆਂ ਵਿੱਚੋਂ ਪੈਦਾ ਹੁੰਦੇ ਨਿੱਕੇ ਨਿੱਕੇ ਸਪੋਲੀਏ, ਨਾਲ ਹੀ ਆਪਣੀ ਭੁੱਖ ਮਿਟਾਉਣ ਵਾਸਤੇ ਖਾਈ ਜਾਂਦੀ ਹੈ। ਕੋਈ ਭੱਜ ਕੇ ਇੱਕ ਅੱਧਾ ਨਿਕਲ ਜਾਏ, ਬਚ ਜਾਏ ਤੇ ਵੱਖਰੀ ਗੱਲ ਹੈ, ਨਹੀਂ ਤੇ ਸੈਂਕੜੇ ਬੱਚਿਆਂ ਨੂੰ ਜਨਮ ਦੇਣ ਵਾਲੀ ਸਪਣੀ ਸਾਰੇ ਹੀ ਆਪੇ ਖਾ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਕਰਮ ਕੀ ਹੈ? ਪਾਪ ਕਰਮ ਦੀ ਸਜ਼ਾ ਵੀ ਉਸੇ ਤਰ੍ਹਾਂ ਦੀ ਹੈ। ਕਿਸੇ ਦੇ ਘਰੇ ਹੋਣ ਵਾਲੇ ਨਿਆਣੇ ਨੂੰ ਗਰਾਉਣਾ ਚਾਹੁੰਦਾ, ਆਪਣੇ ਘਰੇ ਪਾਉਣਾ ਚਾਹੁੰਦਾ ਹੈ, ਦੁੱਖ ਹੀ ਹੋਇਆ ਨਾ, ਪਾਪ ਹੀ ਹੋਇਆ ਨਾ, ਤੇ ਪਾਪ ਦੀ ਸਜ਼ਾ ਤੇ ਫਿਰ ਮਿਲਣੀ ਹੈਗੀ ਨਾ, ਸੱਪ ਤੇ ਬਣੇਗਾ ਹੀ ਨਾ ਆ ਕੇ। ਇਸੇ ਤਰ੍ਹਾਂ ਇਹ ਸੰਸਾਰ ਦੇ ਲੋਕ ਕੀ ਕਰਦੇ ਨੇ? ਦੂਜੇ ਨੂੰ ਦੁੱਖ ਦੇਣਾ ਚਾਹੁੰਦੇ, ਦੁੱਖ ਦੇ ਵੰਡੇ ਆਪ ਸੁੱਖ ਪਾਉਣਾ ਚਾਹੁੰਦੇ, ਪਰ ਮਿਲੇ ਕਿਵੇਂ? ਜਿਸ ਤਰ੍ਹਾਂ ਦੇ ਕਰਮ ਕਰੇਗਾ ਉਸੇ ਤਰ੍ਹਾਂ ਦਾ ਫਲ ਮਿਲੇਗਾ। ਇਹ ਤੇ ਕਰਮਾਂ ਦਾ ਸੁੱਖ ਤੇ ਦੁੱਖ ਹੈ। ਜਿਵੇਂ ਦੇ ਕੀਤੇ ਨੇ, ਜਿਵੇਂ ਤੈਨੂੰ ਦੁੱਖ ਆਇਆ ਤੇ ਸਮਝ ਲੈ ਵੀ ਮੈਂ ਬਹੁਤ ਵੱਡਾ ਪਾਪੀ ਹਾਂ, ਕੋਈ ਪਾਪ ਕਰਮ ਕੀਤੇ ਜਿਹੜਾ ਦੁੱਖ ਮਿਲਦਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੈ ਤਨ ਬਾਣੀ ਵਿਸਤਰ ਜਾਏ, ਜਿਨ੍ਹਾਂ ਦੇ ਮਨਾਂ ਵਿੱਚੋਂ ਗੁਰਬਾਣੀ ਭੁੱਲ ਜਾਂਦੀ ਹੈ ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਪੱਕੇ ਰੋਗ ਦਾ ਕੋਹੜੀ ਰੋਂਦਾ ਪਿਆ ਨਾ, ਰਾਤ ਵੀ ਹਾਏ ਹਾਏ ਕਰਦਿਆਂ, ਦਿਨੇ ਵੀ ਹਾਏ ਹਾਏ ਕਰਦਿਆਂ, ਇਸੇ ਤਰ੍ਹਾਂ ਉਹਨਾਂ ਲੋਕਾਂ ਦੀ ਹਾਲਤ ਹੁੰਦੀ ਹੈ ਜਿਨ੍ਹਾਂ ਨੂੰ ਬਾਣੀ ਭੁੱਲੀ ਹੋਈ ਹੈ। ਦਿਨੇ ਵੀ ਉਹ ਰੋਂਦਿਆਂ ਹੀ ਕੱਢ ਦਿੰਦੇ, ਰਾਤ ਨੂੰ ਵੀ ਰੋਂਦਿਆਂ ਹੀ ਕੱਢ ਦਿੰਦੇ, ਆਪਣੇ ਪਾਪ ਕਰਮ ਦੀ ਸਜ਼ਾ ਨੂੰ ਪਾਉਂਦੇ ਪਏ।
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਇਹ ਸ਼ਬਦ ਵਿੱਚ ਮਹਾਰਾਜ ਐਸੀਆਂ ਦਾਤਾਂ ਸਾਨੂੰ ਬਖਸ਼ਿਸ਼ ਕਰਦੇ ਹਨ। ਬਹੁਤਾ ਬੋਲਣ ਝੱਖਣ ਹੋਏ। ਭਾਈ ਨਾਮ ਤੋਂ ਬਿਨਾ ਬਹੁਤਾ ਬੋਲਣਾ, ਐਵੇਂ ਬੋਲੀ ਜਾਣਾ, ਇਹ ਤੇ ਸਭ ਝਖਾਂ ਮਾਰਨੀਆਂ ਇਹਨੇ। ਆਪਣਾ ਮੂੰਹ ਥਕਾਉਣ ਵਾਲੀ ਗੱਲ ਹੈ, ਆਪਣੀ ਜ਼ੁਬਾਨ ਥਕਾਉਣ ਵਾਲੀ ਗੱਲ ਹੈ, ਆਪਣਾ ਸਮਾਂ ਬਰਬਾਦ ਕਰਨ ਵਾਲੀ, ਦੂਜੇ ਦਾ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਬਹੁਤਾ ਬੋਲਣ, ਇਹ ਜਿਹੜਾ ਬਹੁਤਾ ਬੋਲੀ ਜਾਣਾ ਨਾ, ਐਵੇਂ ਬੋਲੀ ਜਾਣਾ, ਆਪ ਸ਼ਦਾਈ ਹੋ ਜਾਣਾ, ਸੁਣਨ ਵਾਲੇ ਨੂੰ ਸ਼ਦਾਈ ਕਰ ਦੇਣਾ। ਇਹ ਬਹੁਤਾ ਬੋਲ ਕੇ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ। ਬਹੁਤਾ ਬੋਲਿਆ ਪਰਮਾਤਮਾ ਨਹੀਂ ਮਿਲਦਾ ਹੈ। ਮਹਾਰਾਜ ਕਹਿਣ ਲੱਗੇ ਜੇ ਬਹੁਤਾ ਬੋਲਿਆ ਪਰਮਾਤਮਾ ਮਿਲੇ ਤੇ ਕਾਂ ਕਰਦਾ ਰਹਿੰਦਾ ਹਰ ਵੇਲੇ, ਤੇ ਰੱਬ ਨੂੰ ਉਸੇ ਵੇਲੇ ਮਿਲ ਜਾਂਦਾ। ਬਹੁਤਾ ਬੋਲਣਾ ਝਖਾਂ ਮਾਰਨੀਆਂ, ਆਪਣੇ ਆਪ ਨੂੰ ਖਪਾਉਣਾ ਤੇ ਦੁੱਖ ਦੇਣਾ ਹੈ। ਬਹੁਤਾ ਬੋਲਣ ਦਾ ਕੋਈ ਲਾਭ ਨਹੀਂ ਹੁੰਦਾ ਹੈ। ਵਿਣ ਬੋਲੇ ਜਾਣੈ ਸਭ ਕੋਈ ਸੋਏ। ਕਿਉਂਕਿ ਉਹ ਪ੍ਰਮਾਤਮਾ ਜਿਹੜਾ ਬਿਨਾਂ ਬੋਲਿਆ, ਤੇਰੇ ਬੋਲਣ ਦੀ ਲੋੜ ਨਹੀਂ ਹੈ, ਉਹ ਤੇ ਬਿਨਾਂ ਬੋਲਣ ਤੋਂ ਜਾਣਦਾ ਪਿਆ ਵੀ ਤੈਨੂੰ ਦੁੱਖ ਕਿਸ ਗੱਲ ਦਾ ਤੇ ਤੈਨੂੰ ਸੁੱਖ ਕਿਸ ਗੱਲ ਦਾ। ਜੇ ਉਹਨੂੰ ਵੀ ਦੱਸਣਾ ਹੀ ਪਿਆ ਕਿ ਵੀ ਮੈਂ ਇਸ ਗੱਲ ਤੋਂ ਦੁਖੀ ਹਾਂ, ਤੇ ਫਿਰ ਲਾਭ ਕੀ ਹੋਇਆ। ਉਹ ਬਿਨਾਂ ਬੋਲਣ ਤੋਂ ਜਾਣਦਾ ਪਿਆ ਵੀ ਤੂੰ ਦੁਖੀ ਹੈ, ਤੇ ਦੁਖੀ ਕਿਸ ਕਰਮ ਵਾਸਤੇ ਹੈ, ਤੇ ਸੁਖੀ ਹੈ ਤੇ ਤੂੰ ਕਿਸ ਕਰਮ ਵਾਸਤੇ ਹੈ। ਤੂੰ ਘਰੋਂ ਚੱਲਿਆ ਕੀ ਲੈਣ ਵਾਸਤੇ ਆਇਆ। ਸ਼ਬਦ ਦੀ ਲੋੜ ਨਹੀਂ, ਉਹ ਤੇਰੇ ਮਨ ਦੀ ਭਾਵਨਾ ਹੀ ਸਮਝਦਾ ਪਿਆ ਹੈ। ਬਿਨ ਬੋਲੇ, ਬਿਨਾਂ ਬੋਲਿਆ ਤੇ ਅਸੀਂ ਤੇ ਨਾਰਾਜ਼ ਹੋ ਜਾਂਦੇ। ਅਰਦਾਸ ਕਰਵਾਈਏ ਨਾ, ਕੋਈ ਖੰਡ ਪਾਠ ਹੋ ਜਾਵੇ, ਕੋਈ ਸਹਿਜ ਪਾਠ ਹੋ ਜਾਵੇ, ਕੋਈ ਸੁਖਮਨੀ ਸਾਹਿਬ ਦਾ ਪਾਠ ਹੋਵੇ, ਜਾਂ ਕੋਈ ਲੰਗਰ ਪ੍ਰਸ਼ਾਦਾ ਛਕ ਲਈਏ, ਛਕਾ ਲਈਏ, ਤੇ ਅਸੀਂ ਨਾਰਾਜ਼ ਹੋ ਜਾਂਦੇ ਵੀ ਸਾਡੇ ਜੀ ਦੇ 10 ਮੈਂਬਰ ਨੇ ਤੇ 10ਾਂ ਦੇ ਨਾਂ ਕਿਉਂ ਨਹੀਂ ਬੋਲੇ ਗਏ। ਵੱਖੋ ਵੱਖਰਿਆਂ ਦਾ ਨਾਮ ਲੈ ਲੈ ਕੇ ਵੱਖੋ ਵੱਖਰਿਆਂ ਦੇ ਪਰਥਾਏ ਅਰਦਾਸ ਕਿਉਂ ਨਹੀਂ ਕੀਤੀ ਗਈ। ਸਾਡੀ ਮੱਤ ਸਮੱਤ ਹਾਲੇ ਇੱਥੇ ਕੋ ਖਲੋਤੀ ਹੋਈ ਹੈ ਵੀ ਪਰਮਾਤਮਾ ਨੂੰ ਤੇ ਪਤਾ ਹੀ ਨਹੀਂ ਵੀ ਮੇਰੇ ਘਰੇ ਔਲਾਦ ਕਿੰਨੀ ਹੈ, ਮੇਰੇ ਬੱਚੇ ਕਿੰਨੇ ਨੇ, ਕਿਹੜਾ ਦੁਖੀ ਹੈ ਕਿਹੜਾ ਸੁਖੀ ਹੈ। ਜਿੰਨਾ ਚਿਰ ਮੈਂ ਦੱਸਾਂਗਾ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪੜ੍ਹਨ ਵਾਲਿਆ, ਗੁਰੂ ਕਿਹਾ ਸਿੱਖਾ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਬਿਨ ਬੋਲੇ ਤੈਨੂੰ ਬੋਲਣ ਦੀ ਲੋੜ ਨਹੀਂ। ਜਾਣੈ ਸਭ ਸੋਏ, ਉਹ ਤੇ ਸਭ ਕੁਝ ਆਪੇ ਹੀ ਜਾਣਦਾ ਹੈ। ਉਹਨੂੰ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਹੈ, ਕਹਿ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਹੈ। ਕਹਿ ਕੇ ਤੇ ਮਨੁੱਖ ਨੂੰ ਦੱਸਣਾ ਪੈਂਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤੇ ਅੰਦਰੋਂ ਪੀੜਾ ਨੂੰ ਨਾਪਦਾ ਪਿਆ, ਤੇਰੇ ਅੰਦਰ ਕੀ ਦੁੱਖ ਹੈ, ਤੇਰੇ ਅੰਦਰ ਬੈਠਾ ਹੋਇਆ। ਉਸੇ ਸ਼ਬਦ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅੰਤਰਜਾਮੀ ਪੁਰਖ ਵਿਧਾਤੇ। ਅੰਤਰਜਾਮੀ ਤੋਂ ਭਾਵ ਤੇਰੇ ਅੰਦਰ ਦੀ ਜਾਣਨ ਵਾਲਾ। ਤੇ ਫਿਰ ਬਿਨ ਬੋਲੇ ਜਾਣੈ ਸਭ ਸੋਏ, ਉਹ ਤੇ ਬਿਨਾਂ ਬੋਲਿਆ। ਬਿਨ ਬੋਲਿਆ ਸਭ ਕੁਝ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਜਿਹੜਾ ਬਿਨਾਂ ਬੋਲਣ ਤੋਂ ਜਾਣਦਾ, ਫਰਿਆਦ ਉਹਦੇ ਅੱਗੇ ਹੋਵੇ, ਉਹਦੇ ਤੋਂ ਬਿਨਾਂ ਹੋਰ ਕਿਹਦੇ ਅੱਗੇ ਕਰੇਗਾ। ਕਰਨ ਦਾ ਲਾਭ ਹੀ ਕੋਈ ਨਹੀਂ। ਸਾਡੇ ਮਨ ਵਿੱਚ ਬੜੇ ਭਰਮ ਭੁਲੇਖੇ ਪਏ ਹੋਏ। ਅਸੀਂ ਸੋਚਦੇ ਹਾਂ ਜਿਹੜਾ ਨਾਮ ਅਸੀਂ ਲੈ ਕੇ ਫਰਿਆਦ ਕਰਾਂਗੇ, ਦੁੱਖ ਦੱਸਾਂਗੇ, ਗੁਰੂ ਨੂੰ ਉਹੀ ਪਤਾ ਲੱਗਣਾ, ਉਹਦੇ ਤੋਂ ਬਿਨਾਂ ਤੇ ਪਤਾ ਹੀ ਨਹੀਂ ਲੱਗਣਾ ਹੈ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ। ਸੁਲਤਾਨ ਹੁੰਦਾ ਜਿਹੜਾ ਪੂਰੇ ਦੇਸ਼ ਦਾ ਰਾਜਾ ਹੋਵੇ, ਚੱਕਰਵਰਤੀ ਬਾਦਸ਼ਾਹ ਹੋਵੇ, ਤੇ ਮੀਆਂ ਹੁੰਦਾ ਕੋਈ ਪਿੰਡ ਦਾ ਆਮ ਵਿਅਕਤੀ। ਪਿੰਡ ਵਿੱਚ ਮਾੜਾ ਜਿਹਾ ਕੋਈ ਸਤਿਕਾਰਯੋਗ ਹੋਵੇ, ਉਹਨੂੰ ਕਿਹਾ ਜਾਂਦਾ ਮੀਆਂ ਜੀ। ਮਹਾਰਾਜ ਕਹਿਣ ਲੱਗੇ ਜੇ ਸੁਲਤਾਨ ਆ ਜਾਵੇ, ਬਾਦਸ਼ਾਹ ਆ ਜਾਵੇ ਸਾਰੇ ਦੇਸ਼ ਦਾ, ਤੇ ਉਹਨੂੰ ਕਹੀਏ ਵੀ ਆਓ ਮੀਆਂ ਜੀ, ਤੇ ਉਹ ਖੁਸ਼ ਥੋੜ੍ਹੀ ਹੋਵੇਗਾ, ਗੁੱਸੇ ਹੀ ਹੋਵੇਗਾ ਨਾ ਵੀ ਮੈਂ ਤੇ ਏਡਾ ਵੱਡਾ ਰਾਜਾ, ਸਾਰੇ ਦੇਸ਼ ਦਾ ਮਾਲਕ, ਤੇ ਇਹ ਮੈਨੂੰ ਮੀਆਂ ਕਹਿੰਦਾ ਪਿਆ, ਇੱਕ ਆਮ ਬੰਦਾ ਕਹਿ ਕੇ ਸੰਬੋਧਨ ਕਰਦਾ ਪਿਆ। ਬਾਦਸ਼ਾਹ ਨੂੰ ਬਾਦਸ਼ਾਹ ਹੀ ਕਹਿਣਾ ਪਵੇਗਾ, ਤੇ ਮੀਆਂ ਨੂੰ ਮੀਆਂ ਕਹਿਣਾ ਪਵੇਗਾ। ਬਾਦਸ਼ਾਹ ਨੂੰ ਮੀਆਂ ਕਹੇਗਾ ਤੇ ਬਾਦਸ਼ਾਹ ਤੇਰੇ ਤੇ ਖੁਸ਼ ਨਹੀਂ ਹੋਵੇਗਾ। ਇਸੇ ਤਰ੍ਹਾਂ ਗੁਰੂ ਸਮਰੱਥ ਹੈ, ਅੰਤਰਜਾਮੀ ਹੈ, ਜਾਣਨ ਵਾਲਾ। ਪਰ ਜੇ ਤੂੰ ਸਮਰੱਥ ਗੁਰੂ ਨੂੰ ਇੱਕ ਮੀਆਂ ਹੀ ਸਮਝ ਲਵੇਂ ਵੀ ਮਹਾਰਾਜ ਨੂੰ ਤੇ ਪਤਾ ਉਹ ਲੱਗਣਾ ਜੋ ਮੈਂ ਕਹਾਂਗਾ, ਤੇ ਜੋ ਮੈਂ ਨਹੀਂ ਕਹਾਂਗਾ ਉਹ ਪਤਾ ਹੀ ਨਹੀਂ ਲੱਗੇਗਾ, ਤੇ ਫਿਰ ਖੁਸ਼ੀ ਕਿਵੇਂ ਹੋਵੇ, ਨਹੀਂ ਹੋਵੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰਾ ਦਿਨ ਝਖਾਂ ਮਾਰਦਾ ਰਹਿਣਾ, ਬੋਲਦਾ ਰਹਿਣਾ। ਇਹ ਜਿਹੜਾ ਸਾਰਾ ਦਿਨ ਬੋਲੀ ਜਾਣਾ, ਝਖਾਂ ਮਾਰਨੀਆਂ, ਇਹ ਲੇਖੇ ਵਿੱਚ ਨਹੀਂ ਹੈ, ਗਿਣਤੀ ਵਿੱਚ ਨਹੀਂ। ਗਿਣਤੀ ਵਿੱਚ ਸੀ ਪਰਮਾਤਮਾ ਦਾ ਨਾਮ। ਤੇ ਕਹਿਣ ਲੱਗੇ ਨਾਮ ਨੂੰ ਤੇ ਜਪਦਾ ਨਹੀਂ,
ਪਰ ਗੁਰੂ ਦੇ ਅੱਗੇ ਜਦੋਂ ਆਉਂਦਾ ਹੈ ਸੋਚਦਾ ਵੀ ਗੁਰੂ ਨੂੰ ਤੇ ਪਤਾ ਹੀ ਨਹੀਂ ਹੈ, ਪਰ ਉਹ ਤੇ ਬਿਨਾਂ ਬੋਲਿਆ ਸਭ ਕੁਝ ਜਾਣਦਾ ਹੈ। ਰਹਾਓ ਜਿਨ ਕੰਨ ਕੀਤੇ ਅੱਖੀ ਨਾਕ। ਜਿਸ ਪ੍ਰਮਾਤਮਾ ਨੇ ਕੰਨ ਲਾਏ ਨੇ, ਜਿਹਨੇ ਕੰਨ ਲਾਏ ਨੇ ਤੇ ਉਹ ਕੰਨਾਂ ਵਿੱਚ ਜਿਹੜੇ ਸ਼ਬਦ ਪੈਂਦੇ ਪਏ ਤੇ ਉਹ ਵੀ ਤੇ ਉਹ ਸੁਣਦਾ ਪਿਆ ਨਾ। ਕੰਨ ਵੀ ਉਹਨੇ ਲਾਏ ਨੇ, ਸ਼ਬਦ ਵੀ ਉਹਨੇ ਹੀ ਬਣਾਏ ਨੇ। ਸ਼ਬਦ ਬਣਾਉਣ ਵਾਲਾ ਵੀ ਆਪ ਹੈ, ਕੰਨ ਲਾਉਣ ਵਾਲਾ ਵੀ ਆਪ ਹੈ। ਜਿਸ ਪਰਮਾਤਮਾ ਨੇ ਕੰਨ ਲਾਏ, ਜਿਨ ਕੰਨ ਕੀਤੇ, ਜਿਹਨੇ ਕੰਨ ਬਣਾਏ ਨੇ, ਫਿਰ ਅੱਖੀ ਨਾਕ, ਜਿਹਨੇ ਅੱਖਾਂ ਬਣਾ ਦਿੱਤੀਆਂ ਸੋਹਣੀਆਂ ਵੇਖਣ ਵਾਸਤੇ, ਤੇ ਨੱਕ ਬਣਾ ਦਿੱਤਾ ਸਾਹ ਲੈਣ ਵਾਸਤੇ, ਸੁਗੰਧੀ ਲੈਣ ਵਾਸਤੇ। ਪਾਤਸ਼ਾਹ ਕਹਿਣ ਲੱਗੇ ਉਹ ਸੁਗੰਧੀ ਵਿੱਚੋਂ ਵੀ ਸੁਣਦਾ ਪਿਆ ਹੈ, ਉਹ ਅੱਖਾਂ ਵਿੱਚੋਂ ਵੀ ਵੇਖਦਾ ਪਿਆ ਹੈ, ਉਹ ਕੰਨਾਂ ਵਿੱਚੋਂ ਵੀ ਸੁਣਦਾ ਪਿਆ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਪਰਮਾਤਮਾ ਲੱਖਾਂ ਕਰੋੜਾਂ ਜੀਵ ਪੈਦਾ ਕੀਤੇ, ਇਹਨਾਂ ਲੱਖਾਂ ਜੀਵਾਂ ਦੀਆਂ ਲੱਖਾਂ ਅੱਖਾਂ ਵਿੱਚ ਬੈਠਾ ਹੋਇਆ ਤੂੰ ਖੁਦ ਸਾਰੀ ਸ੍ਰਿਸ਼ਟੀ ਨੂੰ ਵੇਖਦਾ ਪਿਆ ਹੈ। ਐਸਾ ਤੂੰ ਵੱਡਾ ਸਮਰੱਥ ਹੈ। ਜਿਨ ਜੀਵਾ ਦਿੱਤੀ ਬੋਲੇ ਤਾਤ। ਜਿਸ ਪਰਮਾਤਮਾ ਨੇ ਜਿਹਵਾ ਕਹੀਏ ਜ਼ੁਬਾਨ ਦਿੱਤੀ ਹੈ, ਕਾਹਦੇ ਵਾਸਤੇ ਦਿੱਤੀ ਹੈ ਜ਼ੁਬਾਨ? ਬੋਲੇ ਤਾਤ। ਤਾਤ ਤੋਂ ਭਾਵ ਹੁੰਦਾ ਪਿਆਰੇ ਪਿਆਰੇ ਬਚਨ ਬੋਲਣੇ, ਮਿੱਠੇ ਮਿੱਠੇ ਬਚਨ ਬੋਲਣੇ, ਸਤਿਕਾਰਯੋਗ ਬਚਨ ਬੋਲਣੇ। ਜ਼ੁਬਾਨ ਤੈਨੂੰ ਤਾਂ ਪਰਮਾਤਮਾ ਨੇ ਦਿੱਤੀ ਹੋਈ ਹੈ, ਪਰ ਤੂੰ ਇਸ ਜ਼ੁਬਾਨ ਦੇ ਨਾਲ ਬੜੇ ਕੌੜੇ ਕੌੜੇ ਬਚਨ ਬੋਲਦਾ, ਮਨ ਨੂੰ ਠੇਸ ਪਹੁੰਚਾਉਣ ਵਾਲੇ ਬਚਨ ਬੋਲਦਾ, ਦੁਖਦਾਈ ਬਚਨ ਬੋਲਦਾ। ਜ਼ੁਬਾਨ ਮਿਲੀ ਹੈ ਮਿੱਠੇ ਬਚਨ, ਪਿਆਰੇ ਬਚਨ ਕਹਿਣ ਵਾਸਤੇ, ਪਰ ਪਿਆਰੇ ਬਚਨ ਘੱਟ ਕਹਿੰਦਾ, ਦੁਖਦਾਈ ਜ਼ਿਆਦੇ ਕਹਿੰਦਾ, ਤਾਨੇ ਮਿਹਣੇ ਵਾਲੇ ਜ਼ਿਆਦੇ ਕਹਿੰਦਾ। ਜਦੋਂ ਇਸ ਜ਼ੁਬਾਨ ਦਾ ਫਿਰ ਦੁਰਉਪਯੋਗ ਕਰੇਗਾ ਨਾ, ਉਲਟ ਪਾਸੇ ਚਲਾਵੇਂਗਾ, ਤੇ ਫਿਰ ਇਹ ਜ਼ੁਬਾਨ ਦੁੱਖ ਵੀ ਦੇ ਦਿੰਦੀ ਹੈ। ਤੁਹਾਡੇ ਸਾਹਮਣੇ ਇਤਿਹਾਸ ਆਪਾਂ ਰੱਖ ਦਈਏ, ਦੁਆਪਰ ਯੁੱਗ ਦਾ ਮਹਾਂਭਾਰਤ ਦਾ ਜੰਗ ਹੋਇਆ ਤੇ ਜ਼ੁਬਾਨ ਚੱਲ ਪਈ ਨਾ ਦ੍ਰੋਪਦੀ ਦੀ। ਦ੍ਰੋਪਦੀ ਨੇ ਕਹਿ ਦਿੱਤਾ ਅੰਨੇ ਦੀ ਔਲਾਦ ਅੰਨੀ ਹੈ। ਹੁਣ ਜੇ ਘਰੇ ਕੋਈ ਮਹਿਮਾਨ ਆ ਗਿਆ ਸਾਡੇ ਚੱਲ ਕੇ, ਜੇ ਉਹਨੂੰ ਆਪਾਂ ਸਤਿਕਾਰ ਨਹੀਂ ਦੇਵਾਂਗੇ, ਮਾੜਾ ਬਚਨ ਬੋਲਾਂਗੇ, ਤਾਨਾ ਮਿਹਣਾ ਦੇਵਾਂਗੇ, ਗੱਲ ਤੇ ਨਿੱਕੀ ਜੀ ਹੈ ਪਰ ਬਣ ਬੜੀ ਵੱਡੀ ਗਈ। ਉਹਨੇ ਆਖਿਆ ਮੇਰੇ ਪਿਓ ਨੂੰ ਅੰਨਾ ਆਖਿਆ ਤੇ ਬਦਲਾ ਜ਼ਰੂਰ ਲਵਾਂਗਾ। ਕਿੱਥੇ ਦ੍ਰੋਪਦੀ ਦੇ ਕੱਪੜੇ ਤਾਰਨ ਦਾ ਹੁਕਮ ਹੋ ਗਿਆ, ਕਿੱਥੇ ਜੂਏ ਖੇਲੇ ਗਏ, ਕਿੱਥੇ ਮਹਾਂਭਾਰਤ ਦੇ ਜੰਗ ਹੁੰਦੇ ਪਏ। ਜ਼ੁਬਾਨ ਰੱਬ ਨੇ ਦਿੱਤੀ ਹੈ ਚੰਗਾ ਬਚਨ ਬੋਲਣ ਵਾਸਤੇ, ਮਾੜਾ ਬੋਲੇਗਾ, ਤਾਨਾ ਮਿਹਣਾ ਦੇਵੇਂਗਾ ਤੇ ਇਹ ਦੁੱਖ ਰੂਪ ਹੋ ਜਾਏਗਾ। ਜ਼ੁਬਾਨ ਦਿੱਤੀ ਹੈ ਰੱਬ ਦੀ ਬੰਦਗੀ ਕਰਨ ਵਾਸਤੇ। ਇਹ ਦੁਨੀਆ ਦਾ ਇਤਿਹਾਸ ਗ੍ਰੰਥਾਂ ਵਿੱਚ ਲਿਖਿਆ ਗਿਆ ਵੀ ਇਸ ਤਰ੍ਹਾਂ ਜਿਨ੍ਹਾਂ ਨੇ ਕੀਤਾ ਉਹਨਾਂ ਨਾਲ ਇਹ ਕਰਮ ਹੋਏ। ਇਸ ਜ਼ੁਬਾਨ ਦੇ ਨਾਲ ਕਦੇ ਵਲਛਲ ਵਾਲੇ ਬਚਨ ਨਾ ਕਰਿਆ ਕਰ। ਰਿਖੀ ਬੈਠੇ ਹੋਏ ਦਰਬਾਸ਼ਾ ਜੀ ਤਪ ਕਰਦੇ ਪਏ, ਆਪਣੀ ਬੰਦਗੀ ਵਿੱਚ ਬੈਠੇ ਹੋਏ, ਜਵਾਕ ਜਾ ਕੇ ਛਲ ਕਰਨ ਲੱਗ ਪਏ। ਇੱਕ ਮੁੰਡੇ ਨੂੰ ਲੈ ਕੇ, ਇੱਕ ਬੱਚਾ ਹੈ ਮੁੰਡਾ, ਲੜਕੀ ਨਹੀਂ ਹੈ, ਲੜਕਾ ਹੈ, ਕੱਪੜੇ ਪਵਾ ਕੇ ਲੜਕੀਆਂ ਵਾਲੇ ਆਖਿਆ ਦੱਸੋ ਰਿਖੀ ਜੀ ਪੈਦਾ ਕੌਣ ਹੋਵੇਗਾ? ਇਹੋ ਜਿਹਾ ਬਚਨ ਜ਼ੁਬਾਨ ਵਿੱਚੋਂ ਕਰਨਾ ਹੀ ਕਿਉਂ ਹੈ? ਤੇ ਰਿਖੀ ਦੇ ਮੂੰਹੋਂ ਸੁਭਾਵਕ ਬਚਨ ਨਿਕਲ ਗਿਆ, ਕਹਿਣ ਲੱਗੇ ਉਹ ਹੋਵੇਗਾ ਜਿਹੜਾ ਤੁਹਾਡੀ ਕੋਲੀ ਖਤਮ ਕਰ ਦੇ। ਇੱਕ ਬਚਨ ਦੇ ਨਾਲ ਕੁੱਲ ਖਤਮ ਕਰਵਾ ਲਈ। ਮਹਾਰਾਜ ਕਹਿਣ ਲੱਗੇ ਜਿਨ ਜਿਹਵਾ ਦਿੱਤੀ ਬੋਲੇ ਤਾਤ। ਪਰਮਾਤਮਾ ਨੇ ਜ਼ੁਬਾਨ ਦਿੱਤੀ ਸੀ ਮਿੱਠੇ ਪਿਆਰੇ ਸਤਿਕਾਰਯੋਗ ਬਚਨ ਬੋਲਣ ਵਾਸਤੇ, ਪਰ ਉਹ ਤੇ ਬਚਨ ਘੱਟ ਬੋਲਦਾ, ਮਿਹਣੇ ਬੜੇ ਦਿੰਦਾ, ਤਾਨੇ ਬੜੇ ਦਿੰਦਾ, ਔਗਣ ਬੜੇ ਜਨਾਉਂਦਾ, ਝੂਠ ਤੇ ਨਿੰਦਿਆ ਬੜੀ ਜ਼ੁਬਾਨ ਦੇ ਨਾਲ ਕਰਦਾ ਹੈ। ਜ਼ੁਬਾਨ ਦਾ ਦੁਰਉਪਯੋਗ ਕਰਦਾ ਪਿਆ। ਪਰਮਾਤਮਾ ਨੇ ਦਿੱਤੀ ਹੈ ਨਾਮ ਜਪਣ ਵਾਸਤੇ। ਹੁਣ ਮਿੱਠਾ ਤੇ ਪਿਆਰਾ ਬਚਨ ਸਭ ਤੋਂ ਵਧੀਆ ਜਿਹੜਾ ਉਹ ਨਾਮ ਹੀ ਹੈ, ਗੁਰੂ ਦੀ ਬਾਣੀ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਹੁਣ ਗੁਰੂ ਦੀ ਬਾਣੀ ਤੋਂ ਮਿੱਠਾ ਤੇ ਪਿਆਰਾ ਬਚਨ ਤੇ ਕੋਈ ਹੋ ਨਹੀਂ ਸਕਦਾ, ਪਰ ਗੁਰੂ ਦੀ ਬਾਣੀ ਤੇ ਪੜ੍ਹਦਾ ਨਹੀਂ, ਜ਼ੁਬਾਨ ਥੱਕ ਜਾਂਦੀ ਹੈ, ਦਿਮਾਗ ਥੱਕ ਜਾਂਦਾ, ਅੱਖਾਂ ਪੀੜ ਹੋਣ ਲੱਗ ਪੈਂਦੀਆਂ, ਸਿਰ ਪੀੜ ਹੋਣ ਲੱਗ ਪੈਂਦਾ, ਨੀਂਦ ਆਉਣ ਲੱਗ ਪੈਂਦੀ, ਦਲਿੱਦਰ ਪੈ ਜਾਂਦਾ, ਕੰਮ ਚੇਤੇ ਆ ਜਾਂਦਾ। ਪਰ ਜੇ ਕਿਸੇ ਦੇ ਕੋਲ ਖਲੋ ਕੇ ਚੁਗਲੀ ਕਰਨੀ ਹੈ, ਨਾ ਦਿਮਾਗ ਥੱਕਦਾ, ਨਾ ਜ਼ੁਬਾਨ ਥੱਕਦੀ ਹੈ, ਨਾ ਸਰੀਰ ਥੱਕਦਾ, ਨਾ ਕੰਮ ਚੇਤੇ ਆਉਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜ਼ੁਬਾਨ ਨੂੰ ਜਿਸ ਵਾਸਤੇ ਪਰਮਾਤਮਾ ਨੇ ਦਿੱਤਾ ਹੈ, ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਓ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ। ਦਰਗਾਹ ਵਿੱਚ ਸੱਚਖੰਡ ਵਿੱਚ ਜਗ੍ਹਾ ਪਾਉਣੀ ਚਾਹੁੰਦਾ, ਪਰ ਜ਼ੁਬਾਨ ਨੂੰ ਇਸਤੇਮਾਲ ਨਹੀਂ ਕਰਦਾ ਜਿਸ ਵਾਸਤੇ ਮਿਲੀ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਹਨੇ ਪਿਆਰੇ ਬਚਨ ਬੋਲਣ ਵਾਸਤੇ ਜ਼ੁਬਾਨ ਦਿੱਤੀ ਹੈ, ਕਦੇ ਉਹਦਾ ਨਾਮ ਜਪਿਆ ਕਰ, ਫਿਰ ਬਖਸ਼ਦੇ ਹਨ। ਜਿਨ ਜੇਵਾ ਦਿੱਤੇ ਬੋਲੇ ਤਾਤ। ਗੁਰਮੁਖੋ ਤਾਤ ਤੋਂ ਭਾਵ ਹੁੰਦਾ ਫਟਾਫਟ, ਤੜ ਤੜ ਬਚਨ ਬੋਲਣ ਵਾਲੀ। ਅਸੀਂ ਗੱਲਾਂ ਕਰਦੇ, ਜ਼ੁਬਾਨ ਸਾਡੀ ਰੁਕਦੀ ਨਹੀਂ ਹੈ, ਕਿਤੇ ਅੜਦੀ ਨਹੀਂ ਹੈ, ਮਿੰਟੋ ਮਿੰਟੀ ਜੋ ਮਰਜ਼ੀ ਇਹਦੇ ਨਾਲ ਬੋਲੀ ਜਾਈਏ। ਇੱਕ ਨਹੀਂ, ਕਈ ਕਈ ਭਾਸ਼ਾ ਇਸ ਜ਼ੁਬਾਨ ਦੇ ਨਾਲ ਬੋਲੀਆਂ ਜਾਂਦੀਆਂ। ਜਿਨ ਜਿਹਵਾ ਦਿੱਤੀ, ਪਰਮਾਤਮਾ ਨੇ ਜ਼ੁਬਾਨ ਇਹੋ ਜਿਹੀ ਬਣਾ ਕੇ ਭੇਜੀ ਹੈ, ਨਾ ਇਹ ਥੱਕਦੀ ਹੈ ਨਾ ਇਹ ਮੁੱਕਦੀ ਹੈ। ਸਾਡੇ ਕੋਲ ਪੈਨ ਹੈ ਨਾ, ਲਿਖਦਿਆਂ ਲਿਖਦਿਆਂ ਪੈਨ ਦੀ ਸਿਆਹੀ ਖਤਮ ਹੋ ਜਾਵੇਗੀ, ਕਲਮ ਖਤਮ ਹੋ ਜਾਂਦੀ, ਕਾਗਜ਼ ਖਤਮ ਹੋ ਜਾਂਦੇ, ਪਰ ਜ਼ੁਬਾਨ ਨੂੰ ਰੱਬ ਨੇ ਇਹੋ ਜਿਹੀ ਸਿਆਹੀ ਭਰ ਕੇ ਭੇਜਿਆ ਵੀ ਇਹ ਖਤਮ ਨਹੀਂ ਹੁੰਦੀ, ਮੁੱਕਦੀ ਨਹੀਂ ਹੈ, ਸਵੇਰ ਤੋਂ ਸ਼ਾਮ ਤੱਕ ਸਾਰੀ ਉਮਰ ਬੋਲਦੀ ਹੈ। ਮਹਾਰਾਜ ਕਹਿਣ ਲੱਗੇ ਵੀ ਐਸੋ ਜੀ ਦਾਤ ਪਰਮਾਤਮਾ ਨੇ ਦਿੱਤੀ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਤਾੜ ਤਾੜ ਕਰਕੇ ਫਟਾਫਟ ਬੜੇ ਬੜੇ ਸ਼ਬਦਾਂ ਨੂੰ ਬੋਲਦੀ ਹੈ, ਬੜੀਆਂ ਬੜੀਆਂ ਗੱਲਾਂ ਦੇ ਇਹ ਜੰਜਾਲ ਬਣਾ ਦਿੰਦੀ ਹੈ। ਐਸੇ ਤੇਰੇ ਅੰਗ ਪ੍ਰਤੰਗ ਪਰਮਾਤਮਾ ਨੇ ਲਾ ਕੇ ਤੈਨੂੰ ਦੁਨੀਆ 'ਤੇ ਭੇਜਿਆ ਹੈ, ਫਿਰ ਵੀ ਤੂੰ ਉਹਦੇ ਨਾਮ ਦਾ ਸ਼ੁਕਰਾਨਾ ਨਹੀਂ ਕਰਦਾ ਹੈ। ਜਿਨ ਮਨ ਰਾਖਿਆ ਅਗਨੀ ਪਾਹੇ। ਜਿਸ ਨੇ ਮਨ ਕਹੀਏ ਜੀਵ ਨੂੰ ਮਾਤਾ ਦੀ ਜਠਰਾ ਅਗਨੀ ਦੇ ਵਿੱਚ ਰੱਖਿਆ ਹੈ, 9 ਮਹੀਨੇ ਪੇਟ ਦੇ ਵਿੱਚ ਰਿਹਾ, ਜਠਰਾ ਅਗਨੀ ਦੇ ਸੇਕ ਨੂੰ ਝੱਲਦਾ ਰਿਹਾ। ਪਰਮਾਤਮਾ ਨੇ ਉਸ ਜਠਰਾ ਅਗਨੀ ਦੇ ਵਿੱਚ ਇਹ ਜੀਵ ਤੈਨੂੰ ਰੱਖਿਆ ਹੈ, ਫਿਰ ਬਖਸ਼ਿਸ਼ ਕਰਦੇ ਹਨ। ਜਿਨ ਮਨ ਰਾਖਿਆ ਅਗਨੀ ਪਾਏ। ਜਿਸ ਪਰਮਾਤਮਾ ਨੇ ਇਸ ਜੀਵ ਦੀ ਰੱਖਿਆ ਕੀਤੀ ਹੈ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਜਿੰਨਾ ਚਿਰ ਬੱਚੇ ਦਾ ਜਨਮ ਹੋ ਕੇ ਦੁਨੀਆ 'ਤੇ ਨਹੀਂ ਆਉਂਦਾ, ਦੁਨੀਆ ਦਾ ਕੋਈ ਵੈਦ ਹਕੀਮ ਡਾਕਟਰ ਕਿਸੇ ਦੇ ਹੱਥ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਬੱਚੇ ਨੂੰ ਜਿਉਂਦਾ ਜਾਗਦਾ ਦੁਨੀਆ 'ਤੇ ਲਿਆ ਸਕੇ। ਇਹ ਕੇਵਲ ਤਾਕਤ ਪਰਮਾਤਮਾ ਦੇ ਕੋਲ ਹੈ। ਬੱਚੇ ਦੇ ਆਉਣ ਤੋਂ ਲੈ ਕੇ ਜਨਮ ਲੈਣ ਤੱਕ ਉਹ ਪਰਮਾਤਮਾ ਹੀ ਸਮਰੱਥ ਹੈ, ਜਿਹੜਾ ਸਾਰੇ ਤਰ੍ਹਾਂ ਕਰਕੇ ਰੱਖਿਆ ਕਰਦਾ। ਮਹਾਰਾਜ ਕਹਿਣ ਲੱਗੇ ਜਿਨ ਮਨ ਰਾਖਿਆ ਅਗਨੀ ਪਾਏ। ਜਿਸ ਨੇ ਇਸ ਜੀਵ ਨੂੰ ਮਾਤਾ ਦੀ ਜਠਰਾ ਅਗਨੀ ਦੇ ਵਿੱਚ ਵੀ ਬਚਾ ਕੇ ਹਿਫਾਜ਼ਤ ਦੇ ਨਾਲ ਦੁਨੀਆ ਵਿੱਚ ਲੈ ਕੇ ਆਂਦਾ ਹੈ। ਵਾਜੈ ਪਵਨ ਆਖੈ ਸਭ ਜਾਏ। ਗੁਰਮੁਖੋ ਜਿਸ ਵੇਲੇ ਪ੍ਰਸੂਤਾ ਪਵਨ ਵੱਜਦੀ ਹੈ ਨਾ, ਪ੍ਰਸੂਤ ਦੀ ਪਵਨ ਚੱਲਦੀ ਹੈ, ਤੇ ਫਿਰ ਇਸ ਬੱਚੇ ਦਾ ਜਨਮ ਹੁੰਦਾ ਤੇ ਸਾਰੇ ਆਖਦੇ ਜਾਏ ਜਾਏ, ਜਨਮਿਆ ਹੈ ਜਨਮਿਆ ਹੈ। ਪਰ ਜਨਮ ਦੇਣ ਵਾਲਾ ਵੀ ਤੇ ਪਰਮਾਤਮਾ ਹੈ। 6 ਤਰ੍ਹਾਂ ਦੀ ਪੌਣ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖੀ ਹੈ। ਉਹਨਾਂ 6 ਪੌਣਾਂ ਦੇ ਵਿੱਚੋਂ ਇੱਕ ਪ੍ਰਸੂਤਾ ਪਵਨ ਹੁੰਦੀ ਹੈ, ਜਦੋਂ ਬਾਲਕ ਦਾ ਜਨਮ ਹੁੰਦਾ ਹੈ। ਪਾਤਸ਼ਾਹ ਕਹਿਣ ਲੱਗੇ ਜਿਸ ਵੇਲੇ ਪਰਮਾਤਮਾ ਉਹ ਪਵਨ ਨੂੰ ਭੇਜਦਾ, ਬਾਲਕ ਜਨਮ ਲੈ ਕੇ ਦੁਨੀਆ 'ਤੇ ਆਖਦਾ, ਲੋਕੀ ਵਧਾਈਆਂ ਦਿੰਦੇ ਵੀ ਬੱਚਾ ਜਨਮਿਆ ਹੈ, ਪਰ ਇਹ ਸਾਰੇ ਕੌਤਕ ਕਰਨ ਵਾਲਾ ਪਰਮਾਤਮਾ ਆਪ ਹੈ, ਫਿਰ ਬਖਸ਼ਿਸ਼ ਕਰਦੇ ਹਨ। ਵਾਜੈ ਪਵਨ ਆਖੇ ਸਭ ਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਖੇ ਤੋਂ ਭਾਵ ਗੁਰਮੁਖੋ ਹੁਕਮ ਹੁੰਦਾ ਹੈ। ਜਿਸ ਪਰਮਾਤਮਾ ਦੇ ਹੁਕਮ ਦੇ ਵਿੱਚ ਹਵਾ ਜਿਹੜੀ ਹੈ ਸਾਰਿਆਂ ਜਗ੍ਹਾ 'ਤੇ ਪਹੁੰਚ ਰੱਖਦੀ ਹੈ। ਇਹ ਹਵਾ ਸਾਰਿਆਂ ਜਗ੍ਹਾ ਦੇ ਉੱਪਰ ਚੱਲਦੀ ਪਈ ਹੈ, ਸਾਰਿਆਂ ਨੂੰ ਆਕਸੀਜਨ ਦਿੰਦੀ ਪਈ ਹੈ, ਸਾਰਿਆਂ ਨੂੰ ਸੁੱਖ ਦਿੰਦੀ ਪਈ ਹੈ। ਇਹ ਹਵਾ ਵੀ ਭਾਈ ਉਹਦੇ ਹੁਕਮ ਦੇ ਵਿੱਚ ਵਾਜੇ ਕਹੀਏ ਚੱਲਦੀ ਪਈ ਹੈ। ਐਸੀਆਂ ਉਹ ਦਾਤਾਂ ਦੇਣ ਵਾਲਾ ਹੈ। ਜੇਤਾ ਮੋਹ ਪ੍ਰੀਤ ਸਵਾਦ। ਇਹ ਭਾਈ ਜਿੰਨਾ ਵੀ ਮੋਹ ਦੇ ਵਿੱਚ ਪੈ ਕੇ, ਸਵਾਦਾਂ ਦੇ ਵਿੱਚ ਪੈ ਕੇ ਮਨੁੱਖ ਪ੍ਰੀਤੀ ਕਰਦਾ, ਸਵਾਦਾਂ ਦੇ ਨਾਲ ਮੋਹ ਦੇ ਨਾਲ ਵਿੱਚ ਪਿਆ ਹੋਇਆ। ਸਵਾ ਕਾਲਖ ਦਾਗਾ ਦਾਗ। ਇਹ ਸਵਾ ਕਾਲਖ ਇਹ ਭਾਈ ਸਾਰਾ ਕਾਲਖ ਰੂਪ ਹੀ ਹੈ। ਦਾਗਾ ਦਾਗ ਤੇ ਮੂੰਹ ਤੇ ਦਾਗ ਲਾਉਣ ਵਾਲੀਆਂ ਗੱਲਾਂ ਨੇ। ਮੋਹ ਦੇ ਵਿੱਚ ਪੈ ਕੇ ਕੀਤੇ ਕਰਮ, ਪ੍ਰੀਤੀ ਵਿੱਚ ਪੈ ਕੇ ਕੀਤੇ ਕਰਮ ਜਿਹੜੇ ਨੇ ਭਾਈ ਕਾਲਖ ਰੂਪ ਤੇ ਮੂੰਹ ਨੂੰ ਕਾਲਖ ਲਾਉਣ ਵਾਲੇ ਹਨ, ਫਿਰ ਬਖਸ਼ਦੇ ਹਨ। ਸਭਾ ਕਾਲਖ ਦਾਗਾ ਦਾਗ। ਇਹ ਜਿਹੜੇ ਸਮੂਹ ਪਾਪ ਨੇ ਭਾਈ, ਇਹ ਸਾਰੇ ਪਾਪ ਕਾਲਖ ਰੂਪ ਹੀ ਨੇ, ਤੇ ਜਿਹਦੇ ਮੂੰਹ ਤੇ ਪਾਪ ਦੀ ਕਾਲਖ ਲੱਗ ਜਾਵੇ ਨਾ ਉਹ ਇੱਥੇ ਮੂੰਹ ਵਿਖਾਉਣ ਜੋਗਾ ਰਹਿੰਦਾ, ਨਾ ਪਰਲੋਕ ਦੇ ਵਿੱਚ। ਇਹ ਕਾਲਖ ਦੁਨੀਆ ਦੇ ਪਾਪਾਂ ਦੀ ਮੂੰਹ ਕਾਲਾ ਕਰ ਦਿੰਦੀ ਹੈ। ਦਾਗ ਦੋਸ ਮੋਹ ਚੱਲਿਆ ਲਾਏ। ਪਾਤਸ਼ਾਹ ਕਹਿਣ ਲੱਗੇ ਪਾਪਾਂ ਦਾ ਦਾਗ ਜਦੋਂ ਮੂੰਹ ਤੇ ਲਾ ਕੇ, ਪਾਪ ਕਰ ਕਰਕੇ ਇੱਥੇ ਮੂੰਹ ਕਾਲਾ ਕਰਕੇ ਜਦੋਂ ਦੁਨੀਆ ਛੱਡ ਕੇ ਅੱਗੇ ਦਰਗਾਹ ਨੂੰ ਜਾਂਦਾ ਹੈ, ਦਰਗਾਹ ਬੈਸਣ ਨਹੀਂ ਜਾਏ। ਫਿਰ ਦਰਗਾਹ ਦੇ ਵਿੱਚ ਟਿਕਾਣਾ ਕੋਈ ਨਹੀਂ ਜੇ ਮਿਲਦਾ। ਇਹ ਮਤਾ ਸੋਚੇ ਵੀ ਦਰਗਾਹ ਵਿੱਚ ਜਾ ਕੇ ਮੈਂ ਬੈਠਾਂਗਾ, ਨਹੀਂ ਬੈਠੇਗਾ। ਜੇ ਪਾਪਾਂ ਦੇ ਦਾਗ ਮੂੰਹ ਤੇ ਲਵਾ ਕੇ ਦੁਨੀਆ ਤੋਂ ਚੱਲਿਆ ਤੇ ਜਾਣ ਵਾਲਿਆ ਤੈਨੂੰ ਦਰਗਾਹ ਵਿੱਚ ਜਗ੍ਹਾ ਕੋਈ ਨਹੀਂ ਉਹ ਮਿਲਣੀ। ਦਾਗ ਦੋਸ ਮੋਹ ਚੱਲਿਆ ਲਾਏ, ਦਰਗਾਹ ਬੈਸਣ ਨਾਹੀ ਜਾਏ। ਦਰਗਾਹ ਦੇ ਵਿੱਚ ਬੈਠਣਾ ਨਹੀਂ ਮਿਲੇਗਾ। ਦਰਗਾਹ ਦੇ ਵਿੱਚ ਬੈਠਣਾ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਉਹਦਾ ਹੁਕਮ ਮੰਨਿਆ ਹੈ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ।
ਕਹੋ ਨਾਨਕ ਬਾਹਾਂ ਲੁੜਾਈਐ। ਪਰ ਜਿਨ੍ਹਾਂ ਨੇ ਪਾਪ ਕੀਤੇ, ਦਰਗਾਹ ਦੇ ਵਿੱਚ ਬੈਠਣਾ ਤੇ ਕੀ ਦਰਗਾਹ ਦੇ ਨੇੜੇ ਨਹੀਂ ਖੜਨ ਦਿੱਤਾ ਜਾਣਾ, ਉਹਨਾਂ ਨੂੰ ਐਸੀ ਸਜ਼ਾ ਮਿਲਦੀ ਹੈ। ਕਰਮ ਮਿਲੈ ਆਖਣ ਤੇਰਾ ਨਾਮ। ਪਰਮਾਤਮਾ ਤੇਰਾ ਕਰਮ ਮਿਲੇ, ਬਖਸ਼ਿਸ਼ ਮਿਲੇ, ਅਨੁਗ੍ਰਹ ਮਿਲੇ ਤੇ ਤਾਂ ਤੇਰਾ ਨਾਮ ਜਪਿਆ ਜਾਂਦਾ ਹੈ। ਜਿਤ ਲਗ ਤਰਣਾ ਹੋਰ ਨਹੀਂ ਥਾਉ। ਜਿਸ ਨਾਮ ਨੂੰ ਜਪ ਕੇ ਤਰਨਾ ਹੁੰਦਾ, ਤੇਰੇ ਨਾਮ ਤੋਂ ਬਿਨਾ ਤੇ ਹੋਰ ਕੋਈ ਜਗ੍ਹਾ ਨਹੀਂ ਜਿਹੜੀ ਸੰਸਾਰ ਤੋਂ ਤਾਰ ਕੇ ਸੱਚਖੰਡ ਲੈ ਜਾਵੇ। ਇੱਕ ਨਾਮ ਹੀ ਇਹੋ ਜਿਹਾ ਜਿਸ ਦੇ ਨਾਲ ਤਰਿਆ ਜਾ ਸਕਦਾ ਹੈ। ਜੇ ਕੋ ਡੁੱਬੈ ਫਿਰ ਹੋਵੈ ਸਾਰ। ਜੇ ਕੋਈ ਭਾਈ ਨਾਮ ਸਰੋਵਰ ਵਿੱਚ ਡੁੱਬਦਾ ਹੈ, ਨਾਮ ਸਰੋਵਰ ਦੇ ਵਿੱਚ ਕੋਈ ਟੁਬਕੀ ਲਾਉਂਦਾ ਹੈ ਨਾ, ਫਿਰ ਹੋਵੈ ਸਾਰ, ਫਿਰ ਉਹਦੀ ਸੰਭਾਲ ਹੁੰਦੀ ਹੈ। ਤੇ ਨਾਮ ਸਰੋਵਰ ਇਹ ਸਤ ਸੰਗਤ ਹੈ। ਜਿਹੜਾ ਇੱਥੇ ਆ ਕੇ ਟੁੱਬੀ ਲਾਵੇਗਾ ਨਾ, ਸੰਗਤ ਵਿੱਚ ਆ ਕੇ ਬੈਠੇਗਾ, ਹੋਵੈ ਸਾਰ, ਫਿਰ ਉਹਦੀ ਸੰਭਾਲ ਹੋਵੇਗੀ, ਉਹ ਦਰਗਾਹ ਦਾ ਪਾਤਰ ਬਣੇਗਾ, ਫਿਰ ਬਖਸ਼ਦੇ ਹਨ। ਜੇ ਕੋ ਡੁੱਬੈ ਫਿਰ ਹੋਵੈ ਸਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਡੁੱਬਣਾ ਕੀ ਹੈ? ਨਿਮਰਤਾ। ਜੇ ਕੋਈ ਨਿਮਰਤਾ ਰੱਖ ਕੇ ਆਪਣੇ ਆਪ ਨੂੰ ਨੀਵਾਂ ਕਵੇਗਾ ਨਾ, ਤੇ ਸੰਭਾਲ ਵੀ ਉਹਦੀ ਹੋਵੇਗੀ। ਜਿਵੇਂ ਬਚਨ ਆਇਆ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਹੜਾ ਇਹ ਅਵਸਥਾ ਬਣਾਵੇਗਾ ਵੀ ਮੈਂ ਸਭ ਤੋਂ ਮਾੜਾ ਹਾਂ, ਤੇ ਮਹਾਰਾਜ ਕਹਿਣ ਲੱਗੇ ਜੇ ਕੋ ਡੁੱਬੈ, ਜਿਹੜਾ ਕੋਈ ਇਸ ਤਰ੍ਹਾਂ ਦੇ ਆਪਣੇ ਜੀਵਨ ਨੂੰ ਬਣਾ ਲਵੇ ਵੀ ਮੈਂ ਤੇ ਡੁੱਬਿਆ ਹੋਇਆ, ਮੈਂ ਤੇ ਨਿਮਾਣਾ, ਮੈਂ ਤੇ ਨਿਕੰਮਾ, ਮੈਂ ਤੇ ਸਭ ਤੋਂ ਬੁਰਾ ਹਾਂ, ਪਰ ਚੰਗਾ ਬਣਨ ਦਾ ਯਤਨ ਕਰਾਂ, ਫਿਰ ਹੋਵੈ ਸਾਰ, ਫਿਰ ਸੰਭਾਲ ਵੀ ਗੁਰਮੁਖੋ ਉਹਦੀ ਹੁੰਦੀ ਹੈ। ਨਾਨਕ ਸਾਚਾ ਸਰਬ ਦਾਤਾਰ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਉਹ ਜਿਹੜਾ ਦਾਤਾਰ ਪਰਮਾਤਮਾ ਹੈ ਭਾਈ, ਸਰਬ ਸਾਰਿਆਂ ਨੂੰ ਦਾਤਾਂ ਦਿੰਦਾ ਪਿਆ, ਸਾਰੀਆਂ ਜਗ੍ਹਾ ਤੇ ਦਿੰਦਾ ਪਿਆ। ਭਾਵੇਂ ਕੋਈ ਧਰਤੀ ਤੇ ਰਹਿਣ ਵਾਲਾ, ਪਾਣੀ ਆਕਾਸ਼ ਹਵਾ ਵਿੱਚ ਰਹਿਣ ਵਾਲਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਐਸਾ ਉਹ ਵੱਡਾ ਦਾਤਾ ਹੈ ਜਿਹਦੀਆਂ ਦਾਤਾਂ ਦੇ ਨਾਲ ਸਾਰੇ ਲੋਕ ਨਿਆਮਤਾਂ ਨੂੰ ਪ੍ਰਾਪਤ, ਬਖਸ਼ਿਸ਼ਾਂ ਨੂੰ ਪ੍ਰਾਪਤ ਕਰਦੇ। ਜਦੋਂ ਇਹ ਸ਼ਬਦ ਗਾਇਆ ਨਾ ਮਹਾਰਾਜ ਨੇ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਪਏ ਤੇ ਉਹ ਕੋੜੀ ਬੈਠਾ ਹੋਇਆ ਸ਼ਬਦ ਸੁਣਦਾ ਪਿਆ, ਤੇ ਸਤਿਗੁਰਾਂ ਦੀ ਬਾਣੀ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜਦੋਂ ਇਸ ਬਾਣੀ ਦਾ ਸ਼ਬਦ ਪੜ੍ਹਿਆ ਤੇ ਕਹਿਣ ਲੱਗੇ ਕੋੜੀ ਦਾ ਰੋਗ ਠੀਕ ਹੋ ਗਿਆ। ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਸਤਿਗੁਰਾਂ ਕੋਲੋਂ ਉਪਦੇਸ਼ ਲੈ ਕੇ ਕਮਾਈ ਕਰਕੇ ਆਪਣੇ ਆਪ ਨੂੰ ਉਸਨੇ ਸਫਲਾ ਕਰ ਲਿਆ, ਨਿਹਾਲ ਕਰ ਲਿਆ। ਐਸੀਆਂ ਦਾਤਾਂ ਮਹਾਰਾਜ ਸਾਹਿਬ ਦੀਆਂ ਨੇ। ਇਹ ਜਿਹੜਾ ਦੀਪਾਲਪੁਰ ਨਾਮ ਦਾ ਪਿੰਡ ਹੈ, ਉੱਥੇ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਕਰਮ ਮਿਲੈ ਆਖਣ ਤੇਰਾ ਨਾਮ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਮੀਤ ਹਮਾਰੇ ਸਾਜਨਾ, ਰਾਖੇ ਗੋਬਿੰਦ। ਨਿੰਦਕ ਮਿਰਤਕ ਹੋਏ,